ये संसार बेकार संशय में करियो ब्रह्म ज्ञानी। रात ਨੂੰ ਸੌਂਦਾ ਹੈ, ਸਵੇਰੇ ਉੱਠਦਾ ਹੈ ਕਿ ਕਿੱਧਰ ਨੂੰ ਭੱਜਦਾ ਹੈ। ਅੱਜ ਮੈਂ ਆਹ ਕਰਨਾ ਹੈ ਜਾਂ ਮੈਂ ਅੱਜ ਆਹ ਕਾਰ ਕਰਨੀ ਹੈ। ਕਾਰ ਦੇ ਪਿੱਛੇ ਜਾਂਦਾ ਹੈ, ਕਰਮ ਦੇ ਪਿੱਛੇ ਜਾਂਦਾ ਹੈ, ਕੰਮ ਦੇ ਪਿੱਛੇ ਜਾਂਦਾ ਹੈ, ਪਰ ਜਿਹੜੀ ਵਸਤੂ ਲੈਣ ਵਾਸਤੇ ਆਇਆ ਹੈ ਉਹਦਾ ਚੇਤਾ ਨਹੀਂ। ਇੱਥੋਂ ਤੱਕ ਜਿਵੇਂ ਕਿਸੇ ਮਹਾਂਪੁਰਖਾਂ ਨੇ ਗੱਲ ਕੀ ਆਮ ਕਰੀ ਨਿਯਮ ਬਣਾਇਆ ਹੈ ਕਿ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ। ਜਿਸ ਨੇ ਪੈਦਾ ਕੀਤਾ ਹੈ ਸਾਡੇ ਸਰੀਰ ਨੂੰ, ਉਹਦਾ ਨਾਮ ਜਪਣਾ ਚਾਹੀਦਾ। ਪਰ ਇਹ ਕੀ ਕਰਦਾ ਹੈ, ਇਹ ਪਰਮਾਤਮਾ ਨੂੰ ਤੇ ਭੁਲਾ ਬੈਠਾ ਹੈ। ਉਹਦਾ ਚਿੱਤ ਨਹੀਂ ਹੈ, ਪਰ ਜਿਹੜੀ ਕਾਰ ਹੈ, ਧੰਦਾ ਜਿਹੜਾ ਹੈ, ਉਹਨੂੰ ਮੁੱਖ ਰੱਖਿਆ ਹੋਇਆ ਹੈ। ਤੇ ਧੰਦੇ ਧਾਵਤ ਸਭ ਜਗ ਬਾਧਿਆ। ਮੈਂ ਇੱਕ ਦੋ ਦੀ ਗੱਲ ਨਹੀਂ ਕਰਦਾ, ਇੱਥੇ ਗੁਰੂ ਸਾਹਿਬਾਂ ਨੇ ਹਰੇਕ ਦੀ ਗੱਲ ਕੀਤੀ ਹੈ। ਧੰਦੇ ਧਾਵਤ ਸਭ ਜਗ ਬਾਧਿਆ, ਨਾ ਬੂਝੇ ਵਿਚਾਰ। ਕਹਿੰਦੇ ਇਹਨੂੰ ਵਿਚਾਰ ਨਹੀਂ ਆਈ। ਗੁਰੂ ਸਾਹਿਬਾਂ ਜੋ ਵਿਚਾਰ ਦਿੱਤੀ ਉਹਨੂੰ ਬੁੱਝਿਆ ਨਹੀਂ। ਜੋ ਗੁਰੂ ਸਾਹਿਬਾਂ ਨੇ ਵਿਚਾਰ ਦਿੱਤੀ ਹੈ ਉਹਦੇ ਉੱਤੇ ਇਹਨੇ ਜਰਾ ਜਿੰਨਾ ਅਮਲ ਨਹੀਂ ਕੀਤਾ ਜਾਂ ਧਿਆਨ ਨਹੀਂ ਦਿੱਤਾ। ਕਹਿੰਦੇ ਧੰਦੇ ਧਾਵਤ ਸਭ ਜਗ ਬਾਧਿਆ, ਨਾ ਬੂਝੇ ਵਿਚਾਰ। ਕੀ ਵਿਸਾਰ ਦਿੱਤਾ? ਜੰਮਣ ਮਰਨ ਵਿਸਾਰਿਆ, ਮਨ ਮੁਖ ਮੁਗਧ ਗਵਾਰ। ਇਹਨੂੰ ਇਹ ਨਹੀਂ ਪਤਾ ਕਿ ਮੈਂ ਜਨਮਿਆ, ਮੈਂ ਜਾਣਾ ਵੀ ਹੈ, ਮੈਂ ਮਰਨਾ ਵੀ ਹੈ, ਮੈਂ ਸੰਸਾਰ ਨੂੰ ਛੱਡਣਾ ਵੀ ਹੈ। ਪਹਿਲੀ ਪਾਤਸ਼ਾਹੀ ਮਹਾਰਾਜ ਜੀ, ਪਰਮਹੰਸ ਮਹਾਰਾਜ ਦਿਆਲ ਜੀ, ਸਵਾਮੀ ਅਦਵੈਤਾਨੰਦ ਜੀ ਮਹਾਰਾਜ ਦੇ ਪਾਸ ਆਏ। ਕਹਿੰਦੇ ਨੇ ਮਹਾਰਾਜ ਸੰਸਾਰ 'ਚ ਬੰਧਨ ਕਾਹਦਾ ਹੈ ਜੀਵ ਨੂੰ। ਉਹਨਾਂ ਕਿਹਾ ਬੰਧਨ ਇੱਕ ਚੀਜ਼ ਦਾ ਬੰਧਨ ਨਹੀਂ ਹੈ। ਪਹਿਲਾ ਬੰਧਨ ਤੇ ਹੈ ਦੇਹ ਦਾ। ਪਹਿਲਾ ਬੰਧਨ ਜੀ ਆ ਜਿਹੜਾ ਜੀਵ ਨੂੰ ਆਪਣੀ ਦੇਹ ਦਾ ਹੈ ਕਿ ਮੈਂ ਠੀਕ ਠਾਕ ਰਹਾਂ, ਮੈਂ ਇਹਨੂੰ ਸਵਾਰਨਾ ਹੈ, ਮੈਂ ਇਹਨੂੰ ਹਰਿਸ਼ਟ ਪੁਸ਼ਟ ਰੱਖਣਾ ਹੈ, ਮੈਂ ਇਹਨੂੰ ਗਲੀ ਤਕੜਿਆਂ ਕਰਨਾ ਹੈ, ਜਾਂ ਮੈਂ ਇਹਦੇ ਸੁੱਖ ਵਾਸਤੇ ਮੈਂ ਕੰਮ ਕਰਨਾ ਹੈ। ਦੂਜਾ ਬੰਧਨ ਧਿਆਨ ਦੇਣਾ। ਮਹਾਰਾਜ ਨੇ ਨਿਖੇੜ ਕੇ ਕਿਹਾ ਦੂਜਾ ਬੰਧਨ ਹੈ ਧੀਆਂ, ਪੁੱਤਰ, ਭਰਾ, ਬੰਧੂ, ਇਸਤਰੀ, ਪਤੀ। ਇਹ ਜਿੰਨੇ ਅਸੀਂ ਨਾਤੇ ਖੜੇ ਕਰਨੇ ਆ ਨਾ, ਕਈ ਵਾਰੀ ਰੁੱਸ ਜਾਂਦੇ ਹਾਂ ਅਸੀਂ ਕਿ ਅਸੀਂ ਕਿਹੜਾ ਮਾੜਾ ਕੰਮ ਕੀਤਾ ਹੈ। ਭਰਾ ਮੇਰੇ ਨਾਲ ਨਹੀਂ ਬੋਲਦਾ, ਭੈਣ ਮੇਰੇ ਨਾਲ ਨਹੀਂ ਬੋਲਦੀ, ਗੁਆਂਢੀ ਮੇਰੇ ਨਾਲ ਨਹੀਂ ਬੋਲਦੇ, ਰਿਸ਼ਤੇਦਾਰ ਮੇਰੇ ਤੋਂ ਉਲਟ ਚੱਲਦੇ ਨੇ। ਇਹਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ ਕਿ ਜਦੋਂ ਮੇਰੇ ਨੂੰ ਸਾਰੇ ਨਾਤਾ ਤੋੜ ਜਾਣ ਤੇ ਮੈਂ ਆਜ਼ਾਦ ਹੋ ਜਾਵਾਂ। ਪਰ ਉਲਟਾ ਇਹ ਜੀਵ ਕੀ ਕਰਦਾ ਹੈ, ਮਾਰੇ ਕਹਿੰਦੇ ਨੇ ਇਹ ਬੰਧਨਾਂ ਵਿੱਚ ਪੈ ਜਾਂਦਾ ਹੈ। ਇਹ ਭਰਾ ਭਾਈ ਬੰਧਨ ਨੇ, ਧੀਆਂ ਪੁੱਤਰ ਬੰਧਨ ਨੇ, ਇਸਤਰੀ ਬੰਧਨ ਹੈ, ਪਤੀ ਬੰਧਨ ਹੈ, ਆਂਢੀ ਗੁਆਂਢੀ ਬੰਧਨ ਨੇ। ਜਿੰਨੇ ਵੀ ਗੱਲ ਕੀ ਸਾਡੇ ਨਾਤੇ ਨੇ ਸੰਸਾਰ ਵਿੱਚ ਬੰਧਨ ਨੇ। ਇਹਨਾਂ ਬੰਧਨਾਂ ਦੇ ਵਿੱਚ ਆ ਕੇ ਜਕੜਿਆ ਗਿਆ। ਫਿਰ ਇਸ ਤੋਂ ਇਲਾਵਾ ਅੱਗੇ ਬੰਧਨ ਹੋਰ ਚੱਲ ਪੈਂਦੇ ਨੇ। ਉਹ ਬੰਧਨ ਕਾਹਦੇ? ਮਨ ਦੇ ਸੰਕਲਪ ਵਿਕਲਪ ਤੇ। ਮਨ ਸੰਕਲਪ ਕਰਦਾ ਹੈ ਮੇਰੀ ਵਡਿਆਈ ਹੋਵੇ, ਮਨ ਸੰਕਲਪ ਕਰਦਾ ਹੈ ਕਿ ਮੇਰਾ ਵੈਭਵ ਖਿਲਰੇ ਬਾਹਰ, ਮਨ ਸੰਕਲਪ ਕਰਦਾ ਹੈ ਕਿ ਮੇਰੇ ਕੋਲ ਧਨ ਜ਼ਿਆਦਾ ਆ ਜਾਵੇ। ਧਨ ਵੀ ਬੰਧਨ ਹੈ, ਰੁਪਇਆ ਪੈਸਾ ਬੰਧਨ ਹੈ। ਸਭ ਤੋਂ ਵੱਡਾ ਬੰਧਨ ਹੈ ਧੀਆਂ ਪੁੱਤਰਾਂ ਤੋਂ ਗੱਲ ਕੀ ਤੋਂ ਜ਼ਿਆਦਾ ਬੰਧਨ ਹੈ ਪੈਸਾ। ਇਹ ਕੀ ਕਰਦਾ ਹੈ? ਜੇ ਇਹ ਕੀ ਕਰਦਾ ਹੈ, ਜਦੋਂ ਗੱਲ ਕੀ ਇਹਦੇ ਕੋਲ ਕੋਈ 10 ਰੁਪਏ ਆਉਂਦੇ ਨੇ, ਇਹਦੇ ਅੰਦਰ ਗੱਲ ਕੀ ਮਨ ਸੰਕਲਪ ਪੈਦਾ ਕਰਦਾ ਇਹ 20 ਬਣ ਜਾਣ। ਜਦੋਂ 20 ਬਣਦੇ ਨੇ ਇਹ ਕਹਿੰਦਾ ਹੈ ਗੱਲ ਕੀ ਇਹ 50 ਬਣ ਜਾਣ। ਜਦੋਂ 50 ਬਣ ਜਾਂਦੇ ਕਹਿੰਦਾ 100 ਬਣ ਜਾਏ। ਇਸ ਤੋਂ ਕਰਕੇ ਆਸਾਂ ਪਰਬਤ ਜੇਟੀਆਂ, ਮੌਤ ਤਵੀ ਤਲਿਆਂ ਦੇ ਹੇਠ, ਤਣਾਵਾਂ ਹੇਠ।
ਮੌਤ ਤਲਿਆਂ ਥਲੇ ਬੈਠੀ ਹੈ। ਮੌਤ ਹੱਸਦੀ ਹੈ ਕਿ ਇਹ ਮੇਰੇ ਕਾਬੂ ਆ ਗਏ। ਰੁਪਇਆ ਪੈਸਾ ਕੋਠੀ ਜ਼ਮੀਨ ਜਾਇਦਾਦ, ਗੁਰੂ ਸਾਹਿਬ ਕਹਿੰਦੇ ਨੇ ਇਹ ਵੀ ਬੰਧਨ ਹੈ। ਇਹਨਾਂ ਬੰਧਨਾਂ ਤੋਂ ਆਜ਼ਾਦ ਹੋਣ ਵਾਸਤੇ ਸਭ ਤੋਂ ਵੱਡਾ ਗੱਲ ਕਿ ਬੰਧਨ ਅੱਗੇ ਆ ਗਿਆ ਸਰੀਰ ਦਾ। ਇਹ ਸਰੀਰ ਜਦੋਂ ਅਸੀਂ ਇਹਨਾਂ ਬੰਧਨਾਂ ਵਿੱਚੋਂ ਨਿਕਲ ਜਾਵਾਂਗੇ, ਇੱਕੋ ਹੀ ਅਸੀਂ ਬੰਧਨ ਰੱਖਾਂਗੇ, ਕਿਹੜਾ? ਗੁਰੂ ਦਾ ਵਚਨ। ਸਤਿਗੁਰ ਦਾ ਵਚਨ ਜਿਹੜਾ ਹੈ ਇਹ ਬੰਧਨ ਹੈ। ਜਦੋਂ ਇਸ ਬੰਧਨ ਵਿੱਚ ਅਸੀਂ ਇਸ ਬੰਧਨ ਵਿੱਚ ਬੱਝੇ ਜਾਵਾਂਗੇ ਫਿਰ ਅਸੀਂ ਮੁਕਤ ਹੋ ਜਾਵਾਂਗੇ। ਮੈਂ ਕਈ ਵਾਰੀ ਬੇਨਤੀ ਕੀਤੀ ਹੈ, ਸਿਰ ਲਹੂ ਕੀ ਤੂੰਬੜੀ, ਸਿਰ ਲਹੂ ਕੀ ਤੂੰਬੜੀ ਹੈ ਕੀ? ਇਹ ਮਾਸ ਮਿੱਝ ਹੈ? ਸਿਰ ਲਹੂ ਕੀ ਤੂੰਬੜੀ, ਕਹਿੰਦੇ ਗੁਰੂ ਹੀਰਿਆਂ ਦੀ ਖਾਨ, ਕਹਿੰਦੇ ਸੀਸ ਦੀਏ ਗੁਰੂ ਮਿਲੇ ਤੋਂ ਵੀ ਸਸਤਾ ਜਾਣ। ਪਰ ਸੀਸ ਦਿੰਦੇ ਹਾਂ ਅਸੀਂ? ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਗੁਰੂ ਸਾਹਿਬਾਂ ਨੂੰ ਸੀਸ ਦਿੱਤੇ, ਭਾਈ ਦਿਆਲੇ ਵਰਗਿਆਂ ਨੇ, ਭਾਈ ਮਤੀ ਦਾਸ ਵਰਗਿਆਂ ਨੇ, ਭਾਈ ਸਤੀ ਦਾਸ ਵਰਗਿਆਂ ਨੇ, ਜਾਂ ਗੱਲ ਕੀ ਇਸ ਤੋਂ ਇਲਾਵਾ ਸੰਸਾਰ ਵਿੱਚ ਬਾਬਾ ਬੰਦਾ ਬਹਾਦਰ ਨੇ, ਜਾਂ ਗੱਲ ਕੀ ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਹੈ, ਜਾਂ ਇਸ ਤੋਂ ਇਲਾਵਾ ਹੋਰ ਵੀ ਕਈ ਮਹਾਨ ਹਸਤੀਆਂ ਹੋਈਆਂ ਨੇ ਜਿਨ੍ਹਾਂ ਦੇ ਇਤਿਹਾਸ ਜਿਹੜੇ ਨੇ ਗਿਣੇ ਨਹੀਂ ਜਾ ਸਕਦੇ, ਜਿਨ੍ਹਾਂ ਨੇ ਗੁਰੂ ਦੇ ਅਰਪਣ ਆਪਣੇ ਆਪ ਨੂੰ ਕੀਤਾ ਹੈ। ਅੱਜ ਉਹਨਾਂ ਦਾ ਸੰਸਾਰ 'ਚ ਡੰਕਾ ਵੱਜ ਰਿਹਾ ਹੈ, ਉਹਨਾਂ ਦਾ ਡੰਕਾ ਵੱਜ ਰਿਹਾ ਹੈ। ਜਿਨ੍ਹਾਂ ਨੇ, ਮੈਂ ਕਹਿੰਦਾ ਕਿ ਮਹਾਂਪੁਰਖ ਸਨ, ਕੀ ਕੀਤਾ ਕਿ ਚਕੌੜੀ ਆਸ਼ਰਮ ਦੇ ਵਿੱਚ, ਚਕੌੜੀ ਆਸ਼ਰਮ ਦੇ ਵਿੱਚ ਕੀ ਸੀ, ਸੰਤ ਰਹਿੰਦੇ ਸਨ। ਮਹਾਰਾਜ ਨੇ ਗੱਲ ਕੀ ਕੀਤਾ ਕਿ ਲੋਕ ਅਤੇ ਪਰਲੋਕ ਦੀ ਕੁਟੀਆ ਬਣਾਈ ਹੋਈ ਸੀ। ਇੱਕ ਸੀ ਸ਼ਹਿਰ ਦੇ ਅੰਦਰ ਔਰ ਇੱਕ ਸੀ ਝਨਾਹ ਦਰਿਆ ਦੇ ਕੰਢੇ ਦੇ ਉੱਤੇ। ਝਨਾਹ ਦਰਿਆ ਦੇ ਕੰਢੇ ਉੱਤੇ ਧੁੱਸੀ ਦੇ ਉੱਤੇ ਕਰਕੇ ਉੱਥੇ ਕੀ ਸੀ ਕਿ ਕੋਈ ਸੰਤਾਂ ਨੇ ਕਿਹਾ, ਮਹਾਰਾਜ ਜੀ ਇੱਥੇ ਗੱਲ ਕੀ ਸਾਧਨਾ ਦਾ ਕੇਂਦਰ ਹੋਣਾ ਚਾਹੀਦਾ, ਕੋਈ ਸਾਧਨਾ ਕਰਨੀ ਚਾਹੀਦੀ ਹੈ। ਘਰ ਛੱਡਿਆ ਹੈ, ਮਾਂ ਪਿਓ ਛੱਡਿਆ ਹੈ, ਇਸਤਰੀ ਛੱਡੀ ਹੈ, ਸਾਰਾ ਕੁਝ ਛੱਡ ਕੇ ਆਏ ਹਾਂ, ਅਤੇ ਸਾਨੂੰ ਕੋਈ ਸਾਧਨ ਕਰਨਾ ਚਾਹੀਦਾ ਹੈ, ਭਗਤੀ ਦਾ ਭਜਨ ਕਰਨਾ ਚਾਹੀਦਾ ਹੈ। ਅਤੇ ਮਹਾਰਾਜ ਜੀ ਨੇ ਕਿਹਾ ਬਣ ਜਾਣਗੇ। ਸਵਾਮੀ ਹੀਰਾਨੰਦ ਜੀ ਨੂੰ ਸੱਦਿਆ, ਉਹਨਾਂ ਨੂੰ ਸੱਦ ਕੇ ਅਤੇ ਸਵਾਮੀ ਨਿਜਾਤਨ ਮਹਾਰਾਜ ਜੀ, ਜਾਂ ਗੱਲ ਕੀ ਸਵਾਮੀ ਵਰਾਗਾਨੰਦ ਮਹਾਰਾਜ ਜੀ, ਜਾਂ ਸਵਾਮੀ ਬੇਅੰਤਾਨੰਦ ਮਹਾਰਾਜ ਜੀ, ਇਹਨਾਂ ਸਾਰਿਆਂ ਨੂੰ ਸਾਰਿਆਂ ਨੂੰ ਸੱਦ ਕੇ ਉਹਨਾਂ ਨੇ ਕੀ ਕੀਤਾ ਕਿ ਉਹ ਧੁੱਸੀ ਦੇ ਉੱਤੇ ਕਮਰੇ ਬਣਾਏ, ਕਿੱਡੇ ਕਿੱਡੇ ਕਮਰੇ ਬਣਾਏ, ਨਾ ਤਾਂ ਉਹਦੇ ਵਿੱਚ ਬੰਦਾ ਖਲੋ ਸਕੇ ਅਤੇ ਨਾ ਸਿੱਧਾ ਲੰਮਾ ਪੈ ਸਕੇ। ਇਹ ਪਹਿਲੀ ਪਾਤਸ਼ਾਹੀ, ਦੂਸਰੀ ਪਾਤਸ਼ਾਹੀ ਨੰਗਲੀ ਵਾਲੇ ਮਹਾਰਾਜ ਦਾ ਗੱਲ ਕੀ ਇਹ ਸਿਧਾਂਤ ਸੀ। ਉਹਨਾਂ ਨੇ ਕੀ ਕੀਤਾ ਕਿ ਇਹੋ ਜਿਹੇ ਕਮਰੇ ਬਣਾਏ ਜਿਹਦੇ ਵਿੱਚ ਬੰਦਾ ਖਲੋ ਨਾ ਸਕੇ, ਲੰਮੇ ਨਾ ਪੈ ਸਕੇ ਪੂਰੀ ਤਰ੍ਹਾਂ। ਸਾਧਨਾ ਦਾ ਕੇਂਦਰ, ਸਾਧਨਾ ਤੋਂ ਬਿਨਾਂ ਜੀਵ ਸਾਧਿਆ ਨਹੀਂ ਜਾਂਦਾ। ਸਾਧਕ ਜਦੋਂ ਗੱਲ ਕੀ ਬਣ ਜਾਂਦਾ, ਪੂਰਾ ਸਾਧਕ ਬਣਦਾ ਹੈ, ਅਤੇ ਫਿਰ ਕੀ ਹੈ, ਪਰਮ ਗਤੀ ਨੂੰ ਪ੍ਰਾਪਤ ਕਰਦਾ ਹੈ। ਅਤੇ ਜੇ ਗੱਲ ਕੀ ਇਹਨੇ ਸਾਧਨਾ ਕੀਤੀ ਹੈਗੀ ਹੈ ਕਿ ਮੈਂ ਚੰਗਾ ਖਾ ਕੇ ਅਤੇ ਮੈਂ ਰੱਜ ਕੇ ਸੌਣਾ ਹੈ, ਮੈਂ ਆਰਾਮ ਨਾਲ ਸੌਣਾ ਹੈ, ਜਾਂ ਮੈਂ ਗੱਲ ਕੀ ਕਿ ਮੈਨੂੰ ਮੱਛਰ ਨਾ ਲੜੇ, ਜਾਂ ਮੈਨੂੰ ਗੱਲ ਕੀ ਸਰਦੀ ਨਾ ਲੱਗੇ, ਜਾਂ ਗਰਮੀ ਨਾ ਲੱਗੇ, ਜਾਂ ਇਸ ਤਰ੍ਹਾਂ ਦੀ ਗੱਲ ਕੀ ਤਰ੍ਹਾਂ ਦੇ ਨਾਲ ਸੰਸਾਰ ਜਿਉਂਦਾ ਹੈ ਆਪਣੇ ਸਰੀਰ ਦੇ ਸੁੱਖਾਂ ਵਾਸਤੇ, ਅਤੇ ਪਿਆਰੀ ਸਾਧ ਸੰਗਤ ਉਹ ਭਗਤੀ ਤੋਂ ਖਾਲੀ ਹੋ ਜਾਂਦਾ ਹੈ। ਉਹਦੇ ਅੰਦਰ ਬੰਦਗੀ ਨਹੀਂ ਆਉਂਦੀ, ਫਿਰ ਉਹਦੇ ਅੰਦਰ ਸੰਸਾਰ ਦੇ ਸੁੱਖ ਆਣ ਵੜਦੇ ਨੇ। ਮਹਾਰਾਜ ਨੇ ਕੀ ਕੀਤਾ, ਜਿਸ ਵੇਲੇ ਇੰਨੇ ਸੰਤ ਸਨ, ਕਾਫੀ ਸੰਤ ਸਨ, ਉਹਨਾਂ ਨੇ ਪਤਾ ਨਹੀਂ ਹਜ਼ਾਰਾਂ ਹੀ ਗੱਲ ਕੀ, ਸੈਂਕੜੇ ਨਹੀਂ ਹਜ਼ਾਰਾਂ ਹੀ ਉਹਨਾਂ ਨੇ ਗੱਲ ਕੀ ਉਹ ਕੁਟੀਆਂ ਬਣਾ ਦਿੱਤੀਆਂ ਅਤੇ ਉਹਦੇ ਵਿੱਚ ਕੀ ਕੀਤਾ ਕਿ ਵਾਰੀ ਵਾਰੀ ਸਾਰਿਆਂ ਨੂੰ ਸੱਦ ਕੇ ਉਹਨਾਂ ਨੂੰ ਗੱਲ ਕੀ ਜਿਨ੍ਹਾਂ ਸਾਧਨਾ ਕਰਨੀ ਸੀ ਉਹਨਾਂ ਨੂੰ ਗੱਲ ਕੀ ਕੀਤਾ, ਸਵਾਮੀ ਹੀਰਾਨੰਦ ਜੀ ਦੀ ਡਿਊਟੀ ਲਾ ਦਿੱਤੀ। ਸਵਾਮੀ ਹੀਰਾਨੰਦ ਜੀ ਦੀ ਡਿਊਟੀ ਲਾ ਦਿੱਤੀ। ਉਹ ਸਾਧਨਾ ਕਰਾਉਂਦੇ ਸਨ ਕਿਸ ਤਰੀਕੇ ਨਾਲ, ਬੋਰੀਆਂ ਦੀਆਂ ਬੋਰੀਆਂ ਹੀ ਬਦਾਮ ਆ ਜਾਂਦੇ ਸਨ, ਬਦਾਮਾਂ ਨੂੰ ਤੋੜਨਾ ਪੈਂਦਾ ਸੀ, ਤੋੜ ਕੇ ਫਿਰ ਮੁੜ ਕੇ ਉਹਨਾਂ ਨੂੰ ਭਿਉਂ ਕੇ ਉਹਨਾਂ ਦਾ ਫਿਰ ਉਦੋਂ ਹੱਥਾਂ ਦੇ ਨਾਲ ਬਦਾਮ ਰੂ ਕੱਢਣਾ ਪੈਂਦਾ ਸੀ। ਬੋਤਲਾਂ ਹੀ ਬੋਤਲਾਂ ਭਰ ਲੈਣੀਆਂ। ਸਾਧਨਾ ਕਰਾਉਣੀ ਹੈ, ਗੁਰੂ ਸਾਧਨਾ ਕਰਾ ਰਿਹਾ ਹੈ, ਨੰਗਲੀ ਵਾਲੇ ਮਾਰੀ ਸਾਧਨਾ ਕਰਾ ਰਹੇ ਨੇ। ਆਪ ਸਾਧਨਾ ਕਰਾਂਗੇ, ਆਪ ਸਾਧਨਾ ਕਰਾਂਗੇ, ਸਾਨੂੰ ਸਾਧਨਾ ਦਾ ਪਤਾ ਨਹੀਂ, ਅਸੀਂ ਸਰੀਰ ਦਾ ਸਤਿਆਨਾਸ਼ ਪੁੱਟ ਦਿਆਂਗੇ। ਮੈਂ ਆਪਣੀ ਵੀ ਗੱਲ ਕਰਦਾ, ਜਿਹੜੇ ਰੋਗ ਲੱਗੇ ਨੇ ਮੈਨੂੰ,
ਉਹ ਪਹਿਲਾਂ ਦੇ ਲੱਗੇ ਨੇ ਜਦੋਂ ਮੈਂ ਆਪ ਸਾਧਨਾ ਕੀਤੀ ਹੈ। ਉਹ ਰੋਗ ਅਜੇ ਤੱਕ ਮੇਰੇ ਅੰਦਰੋਂ ਨਹੀਂ ਜਾ ਰਿਹਾ। ਮਤਲਬ ਕਿ ਕਹਿਣ ਦਾ ਭਾਵ ਹੈ ਕਿ ਗੁਰੂ ਮਹਾਰਾਜ ਕਹਿੰਦੇ ਨੇ ਕਿ ਸਾਧਨਾ ਵਾਸਤੇ ਵੀ ਗੁਰੂ ਦੀ ਲੋੜ ਹੈ। ਸਵਾਮੀ ਹੀਰਾਨੰਦ ਜੀ ਐਕਸਪਰਟ ਸਨ ਇਸ ਕੰਮ ਵਿੱਚ। ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਉਹਨਾਂ ਕਰਨਾ ਇੱਕ ਇੱਕ ਬੰਦੇ ਨੂੰ ਲਾਤਾ ਔਰ ਇੱਕ ਇੱਕ ਉੱਤੇ ਗੱਲ ਕੀ ਸੇਵਾਦਾਰ ਲਾਤਾ। ਇਹਨੂੰ ਜੋ ਚੀਜ਼ ਜ਼ਰੂਰਤ ਹੋਵੇ ਦੱਸਣਾ। ਉਹਨਾਂ ਪਹਿਲੋਂ ਕੀ ਕੀਤਾ, ਉਹਨਾਂ ਦਾ ਅੰਨ ਛਡਾਇਆ ਹੈ। ਅੰਨ ਛਡਾ ਕੇ ਦੁੱਧ ਉੱਤੇ ਲਾਇਆ ਹੈ। ਦੁੱਧ ਉੱਤੇ ਲਾ ਕੇ ਫਿਰ ਉਹਨਾਂ ਦਾ ਦੁੱਧ ਜਿਹੜਾ 2 ਟਾਈਮ ਤੋਂ 1 ਟਾਈਮ ਕੀਤਾ। 1 ਟਾਈਮ ਤੋਂ ਕਰਕੇ ਮੁੜ ਕੇ ਫਿਰ ਕੀ ਕੀਤਾ, ਉਹਨਾਂ ਦੁੱਧ ਵੀ ਛਡਾ ਦਿੱਤਾ ਹੈ। ਉਹਨਾਂ ਨੂੰ ਬਦਾਮ ਰੋਗ ਨੱਕ ਰਸਤੇ, ਕੰਨਾਂ ਰਸਤੇ, ਗਲੇ ਰਸਤੇ ਦੇਣਾ ਸ਼ੁਰੂ ਕੀਤਾ ਬੂੰਦਾਂ ਦੇ ਹਿਸਾਬ ਨਾਲ। ਉਹ ਦੇ ਕੇ ਉਹਨਾਂ ਕੋਲ ਸਾਧਨਾ ਕਰਾਈ। ਕੁਝ ਸਮਾਂ ਐਸਾ ਆਇਆ ਅੱਗੇ ਨਾ ਅਨਹੋਣੀ ਵਰਤ ਗਈ ਕਿ ਕੀ ਹੋਇਆ ਕਿ ਸੰਤ ਬਿਮਾਰ ਹੋ ਗਏ। ਮਹਾਰਾਜ ਨੇ ਉਹਨਾਂ 'ਤੇ ਇੱਕ ਬੰਦਾ ਲਾਇਆ ਸੀ, 2 ਬੰਦੇ ਲਾ ਦਿੱਤੇ। ਹਰ ਇੱਕ ਬੰਦੇ ਉੱਤੇ ਗੱਲ ਕੀ 2 ਸੰਤ 2 ਬੰਦੇ ਲਾ ਦਿੱਤੇ। ਫਿਰ ਕਿਸੇ ਨੇ ਹਕੀਮ ਨੂੰ ਸੱਦਿਆ ਵੀ ਇਹ ਕਿੱਦਾਂ ਠੀਕ ਹੋਣਗੇ। ਉਹਨੇ ਕਿਹਾ ਜੀ ਮੰਡੀ ਵਿੱਚ ਜਾਓ ਅਤੇ ਅੰਗੂਰ ਲੈ ਕੇ ਆਓ, ਇਹਨਾਂ ਨੂੰ ਅੰਗੂਰ ਖਵਾਓ। ਹੁਣ ਸੰਤ ਇੱਕ ਨਹੀਂ ਸੀ, ਹਜ਼ਾਰਾਂ ਦੇ ਹਿਸਾਬ ਨਾਲ ਸੰਤ ਹਨ। ਹੁਣ ਮਹਾਰਾਜ ਜੀ ਨੇ ਕੀ ਕੀਤਾ, ਲਾਹੌਰ ਦੀ ਮੰਡੀ ਭੇਜਿਆ, ਇੱਕ ਹੋਰ ਮੰਡੀ ਭੇਜਿਆ। ਉੱਥੇ ਮਹਾਰਾਜ ਨੇ ਗੱਲ ਕੀ ਜਿਹਨਾਂ ਨੂੰ ਭੇਜਿਆ ਉਹਨਾਂ ਨੂੰ ਰੁਪਇਆ ਪੈਸਾ ਗੱਲ ਕੀ ਉਹਨਾਂ ਨੂੰ ਮਹਾਰਾਜ ਦੇ ਆਪ ਹੱਥ ਨਹੀਂ ਸਨ ਲਾਉਂਦੇ। ਉਹਨਾਂ ਨੂੰ ਦੇ ਕੇ ਚੰਗਾ ਖਜ਼ਾਨਾ ਅਤੇ ਨਾਲ ਉਹਨਾਂ ਇਸ਼ਾਰਾ ਕੀ ਕੀਤਾ, ਕਹਿੰਦੇ ਨੇ ਇਹਨਾਂ ਦੋਨਾਂ ਸ਼ਹਿਰਾਂ ਵਿੱਚੋਂ, ਇਹਨਾਂ ਮੰਡੀਆਂ ਵਿੱਚੋਂ ਇੱਕ ਵੀ ਕਿਲੋ ਗੱਲ ਕੀ ਕੋਈ ਅੰਗੂਰ ਲੈ ਕੇ ਚਲੇ ਜਾਵੇ ਗ੍ਰਸਤੀ, ਕਹਿੰਦੇ ਤੁਸੀਂ ਨਗੁਰੇ ਹੋਵੋਗੇ। ਉਹਦਾ ਕੀ ਕਾਰਨ, ਮੇਰੇ ਨਾਮ ਜਪਣ ਵਾਲੇ ਸੰਤ ਖਾਨ ਅਤੇ ਸਰੀਰ ਠੀਕ ਕਰਨ। ਲਾਹੌਰ ਦੀ ਮੰਡੀ ਅੰਦਰ ਜਾ ਕੇ ਜਿਸਲੇ ਗਏ, ਪਹਿਲਾਂ ਤਾਂ ਗੱਲ ਕੀ ਸਬਜ਼ੀ ਲੈਣ ਭੇਜਿਆ ਅਤੇ ਇੱਕ ਸੰਤ ਦੇ ਅੰਦਰ ਖਿਆਲ ਆਇਆ, ਉਹਨੇ ਕੀਤਾ 2 ਪੈਸੇ ਸਬਜ਼ੀ ਜ਼ਿਆਦਾ ਮਹਿੰਗੀ ਲੈਂਦੀ। ਸਵਾਮੀ ਨਿਰਾਤਮ ਮਹਾਰਾਜ ਜੀ ਨੇ ਉਹਨੂੰ ਗੱਲ ਕੀ, ਉਹਨਾਂ ਨੂੰ ਪਤਾ ਲੱਗਾ, ਉਹਨਾਂ ਡਾਂਟ ਕੀਤੀ। ਕਹਿੰਦੇ ਤੂੰ ਗੁਰੂ ਘਰ ਨੂੰ ਇਹਨਾਂ ਸਸਤਾ ਸਮਝਿਆ ਹੋਇਆ ਹੈ? 2 ਪੈਸੇ ਤੇਰੇ ਵਾਸਤੇ ਗੱਲ ਕੀ ਸਸਤੇ ਸਨ? ਗੁਰੂ ਘਰ ਦਾ ਇੱਕ ਨਵਾਂ ਪੈਸਾ ਜਿਹੜਾ ਉਹ ਵੀ ਗੱਲ ਕੀਮਤੀ ਹੈ। ਕਿਉਂ? ਗੁਰੂ ਮਹਾਰਾਜ ਦੀ ਮਾਇਆ ਹੈ, ਸਾਡੀ ਆਪਣੀ ਮਾਇਆ ਨਹੀਂ। ਉਹਨੇ ਸੋਚਿਆ ਕਿ ਮਹਾਰਾਜ ਦਾ ਪੈਸੇ ਨਾਲ ਬੜਾ ਪਿਆਰ ਹੈ ਔਰ ਇਹ ਜਿਹੜੀ ਡਿਊਟੀ ਸੀ ਇਹ ਸਵਾਮੀ ਜੀ ਮਹਾਰਾਜ ਨੂੰ ਦਿੱਤੀ ਗਈ। ਅਤੇ ਉਹਨਾਂ ਨੇ ਅੱਗੋਂ ਕਿਹਾ ਵੀ ਉਹ ਨਗੋਰਾ ਹੋਵੇਗਾ ਜਿਹੜਾ ਗੱਲ ਕੀ ਕੋਈ 1 ਕਿਲੋ ਵੀ ਅੰਗੂਰ ਜਿਹੜਾ ਕੋਈ ਹੋਰ ਕੋਈ ਲੈ ਕੇ ਚੱਲ ਜਾਏਗਾ। ਉੱਥੇ 2 ਪੇਟੀਆਂ ਜਿਹੜੀਆਂ ਸਨ ਉੱਥੇ ਕੀਤਾ, ਇੱਕ ਲਾਲੇ ਨੇ ਬੋਲੀ ਦੇਣੀ ਸ਼ੁਰੂ ਕਰ ਦਿੱਤੀ। ਉੱਧਰੋਂ ਸੰਤਾਂ ਨੇ ਬੋਲੀ ਦੇਣੀ ਸ਼ੁਰੂ ਕਰ ਦਿੱਤੀ। ਕਰਦਿਆਂ ਉਹ ਜਿਹੜੀ ਪੇਟੀਆਂ ਸਨ ਉਹ ਸੈਂਕੜਿਆਂ ਦੇ ਹਿਸਾਬ ਨਾਲ ਚੱਲ ਗਈਆਂ। ਉਹ ਸਸਤੇ ਸਮੇਂ ਵਿੱਚ ਸੈਂਕੜਿਆਂ ਹਿਸਾਬ ਨਾਲ ਚੱਲ ਗਈਆਂ। ਉਹਨਾਂ ਕਿਹਾ ਜਾਣ ਨਹੀਂ ਦੇਣੀ, ਨਗੋਰੇ ਨਹੀਂ ਬਣਨਾ ਅਸੀਂ। ਪੇਟੀ ਜਿਹੜੀ ਉਹ ਨਹੀਂ ਖਰੀਦਣ ਦਿੱਤੀਆਂ ਦੋਵੇਂ ਉਹਨੂੰ, ਉਹ ਲੈ ਕੇ ਪੇਟੀਆਂ ਆ ਗਏ। ਫਿਰ ਉਸ ਨੂੰ ਪਤਾ ਲੱਗਾ ਮੇਰੀ ਗਲਤੀ ਹੈ। ਆ ਕੇ ਸਵਾਮੀ ਜੀ ਦੇ ਚਰਨਾਂ 'ਚ ਡੰਡੌਤ ਕੀਤੀ। ਕਹਿੰਦੇ ਮਹਾਰਾਜ ਜੀ ਮੈਂ ਬਹੁਤ ਭੁਲੇਖੇ ਵਿੱਚ ਸੀ। ਕਹਿੰਦੇ ਕਿਉਂ? ਕਹਿੰਦੇ ਮੈਂ ਸੋਚਿਆ ਤੁਹਾਡਾ ਪੈਸੇ ਨਾਲ ਪਿਆਰ ਹੈ। ਕਹਿੰਦੇ ਹਾਂ ਸਾਡੇ ਨਾਲ ਪੈਸੇ ਨਾਲ ਪਿਆਰ ਹੈ। ਹਾਲਾਂ ਉਹਨਾਂ ਸਾਰੀ ਜ਼ਿੰਦਗੀ ਹੱਥ ਨਹੀਂ ਲਾਇਆ ਜਿੰਨਾ ਚਿਰ ਗੁਰੂ ਮਹਾਰਾਜ ਦਰਬਾਰ 'ਚ ਆਏ ਨੇ। 3 ਕੱਪੜੇ ਰੱਖੇ ਨੇ, ਸਿਰ 'ਤੇ ਤੌਲੀਆ, ਇੱਕ ਗੱਲ ਕੀ ਚੋਲਾ, ਇੱਕ ਧੋਤੀ, ਹੋਰ ਚੌਥੀ ਉਹਨਾਂ ਕੋਲ ਇੱਕ ਕਿਤਾਬ ਹੁੰਦੀ ਸੀ। ਪੈਦਲ ਚੱਲ ਕੇ ਉਹਨਾਂ ਉਪਦੇਸ਼ ਕੀਤਾ ਹੈ। ਪੈਦਲ ਚੱਲ ਕੇ ਉਹਨਾਂ ਨੇ ਗੱਲ ਕੀ ਟ੍ਰੇਨਾਂ ਉੱਤੇ ਜਾਂ ਪੈਦਲ ਚੱਲ ਕੇ ਉਹਨਾਂ ਉਪਦੇਸ਼ ਕੀਤਾ ਹੈ। ਉਹਨਾਂ ਕੋਈ ਗੱਡੀ ਨਹੀਂ ਰੱਖੀ, ਉਹਨਾਂ ਕੋਈ ਬੈਲ ਗੱਡੀ ਨਹੀਂ ਰੱਖੀ। ਫਿਰ ਮੁੜ ਕੇ ਕੀ ਕੀਤਾ, ਉਹਨਾਂ ਨੂੰ ਅੰਗੂਰ ਖਵਾ ਕੇ ਉਹਨਾਂ ਨੂੰ ਕੀ ਕੀਤਾ, ਸੰਤਾਂ ਨੂੰ ਠੀਕ ਕੀਤਾ। ਹੁਣ ਤੁਸੀਂ ਆਖੋਗੇ ਮਾਂ ਪਿਓ ਪਿਆਰਾ ਹੈ ਕਿ ਗੁਰੂ ਪਿਆਰਾ ਹੈ? ਮਾਂ ਪਿਓ ਤਾਂ ਕਹਿੰਦਾ ਮੇਰਾ ਪੈਸਾ ਨਾ ਕਿਤੇ ਗਲਤੀ ਜ਼ਿਆਦਾ ਖਰਾਬ ਹੋ ਜਾਵੇ। ਗੁਰੂ ਕਹਿੰਦਾ ਮੈਂ ਪੈਸਾ ਲਾਉਣਾ ਕਿੱਥੇ ਹੈ, ਮੈਂ ਇਹਨਾਂ ਉੱਤੇ ਲਾਉਣਾ ਹੈ। ਇਹੋ ਹੀ ਮੇਰੀ ਔਲਾਦ ਹੈ। प्यारी साध संगत मान लियो सच कहता हूँ जिन प्रेम कियो तिन ही प्रभ पायो। मैं गल इत्थे लगा सी लियाउण। भगवान कृष्ण जिहड़ा सी वो दुश्मन सी कंस दा। वो भगवान कृष्ण दुश्मन नहीं सी, भगवान कृष्ण दुश्मन नहीं सी कंस दा।
ਕੰਸ ਜਿਹੜਾ ਹੈ ਉਹ ਭਗਵਾਨ ਦਾ ਦੁਸ਼ਮਣ ਸੀ। ਅਸਲ ਜੀ ਗੱਲ ਤਾਂ ਇੱਦਾਂ ਹੈ, ਉਹ ਮਰਵਾਉਣਾ ਚਾਹੁੰਦਾ ਸੀ ਉਹਨੂੰ। ਹੁਣ ਉਹ ਮਰਵਾਉਣਾ ਚਾਹੁੰਦਾ ਸੀ ਅਤੇ ਉਹਨਾਂ ਨੇ ਕੀ ਕੀਤਾ, ਗੋਕਲ ਵਿੱਚ ਭੇਜਿਆ, ਮਥੁਰਾ ਤੋਂ ਗੋਕਲ ਦੇ ਵਿੱਚ ਭੇਜਿਆ। ਕਿਹਨੂੰ? ਅਕਰੂਰ ਨੂੰ ਭੇਜਿਆ। ਅਕਰੂਰ ਚਾਚਾ ਲੱਗਦਾ ਸੀ ਭਗਵਾਨ ਕ੍ਰਿਸ਼ਨ ਦਾ। ਕਹਿੰਦੇ ਜਾਓ ਤੁਸੀਂ ਉਹਨਾਂ ਨੂੰ ਲੈ ਕੇ ਆਓ। ਉਹਨਾਂ ਨੇ ਪਹਿਲਵਾਨ ਪਾਲੇ ਸਨ। ਉਹਨਾਂ ਕਿਹਾ ਵੀ ਇੱਥੇ ਆਉਣਗੇ, ਇੱਥੇ ਹਾਸੇ 'ਚ ਮਜ਼ਾਕ 'ਚ ਇਹਨਾਂ ਦੀ ਕੁਸ਼ਤੀ ਕਰਾਵਾਂਗੇ, ਇਹਨਾਂ ਨੂੰ ਮਰਵਾ ਦੇਵਾਂਗੇ। ਉਹਦੇ ਅੰਦਰੋਂ ਆਪਣੀ ਮੌਤ ਦਾ ਜਿਹੜਾ ਸ਼ੰਕਾ ਜਿਹੜਾ ਖਤਮ ਹੋ ਜਾਏਗਾ ਕਿ ਇਹ ਮਰ ਜਾਵੇਗਾ ਅਤੇ ਗੱਲ ਕੀ ਫਿਰ ਠੀਕ ਹੈ, ਮੈਂ ਆਜ਼ਾਦ ਹੋ ਜਾਵਾਂਗਾ। ਹੁਣ ਜਿਸ ਵੇਲੇ ਲੈਣ ਵਾਸਤੇ ਆਏ ਅਤੇ ਹੁਣ ਉੱਥੇ ਬਾਬਾ ਆਨੰਦ ਨੂੰ ਕਿਹਾ, ਸਾਰੀ ਗੱਲ ਕੀ ਬੜੇ ਸ਼ੋਕ 'ਚ ਪੈ ਗਏ। ਕਹਿੰਦੇ ਨੇ ਇਹ ਅਜੇ ਬਾਲਕ ਨੇ ਛੋਟੇ, ਅਤੇ ਇਹ ਉੱਥੇ ਜਾ ਕੇ ਉਹਨਾਂ ਅਖਾੜੇ ਰਚ ਦੇਣੇ ਨੇ। ਇਹ ਤਾਂ ਪਤਾ ਸੀ ਬਾਬੇ ਆਨੰਦ ਨੂੰ ਵੀ। ਅਤੇ ਉਹ ਉੱਥੇ ਕੀ ਕੀਤਾ, ਜਿਸ ਵੇਲੇ ਲੈ ਕੇ ਆਏ, ਬੜੀ ਲੰਮੀ ਚੌੜੀ ਗੱਲ ਹੈ। ਰਾਹ 'ਚ ਰਾਧਾ ਜਿਹੜੀ ਨੂੰ ਪਤਾ ਲੱਗਾ, ਉਹ ਲੰਮੇ ਪੈ ਜਾਂਦੀ ਹੈ, ਰਸ ਦੇ ਅੱਗੇ ਲੰਮੇ ਪੈ ਜਾਂਦੀ ਹੈ। ਭਗਵਾਨ ਨੇ ਕਿਹਾ, ਦੇਵੀ ਅਸੀਂ ਚੱਲੇ ਹਾਂ, ਅਸੀਂ ਛੇਤੀ ਆ ਜਾਣਾ। ਉਹਨੂੰ ਮਨਾ ਕੇ ਪਰਾਂ ਕੀਤਾ। ਅਤੇ ਜਿਸ ਵੇਲੇ ਅੱਗੇ ਗਏ ਅਤੇ ਜਿਸ ਵੇਲੇ ਕੀ ਕੀਤਾ, ਮਨ ਵਿੱਚ ਅਕਰੂਰ ਦੇ ਖਿਆਲ ਆਇਆ, ਮੈਂ ਬੜੀ ਵੱਡੀ ਗਲਤੀ ਕੀਤੀ ਹੈ, ਮੈਂ ਆਪਣੇ ਨੂੰ ਆਪੇ ਹੀ ਮਰਵਾਉਣ ਲੱਗਾ। ਇਹ ਤਾਂ ਬੱਚੇ ਨੇ, ਉਹਨਾਂ ਅਖਾੜੇ ਬਣਾਏ ਹੋਏ ਨੇ, ਕੰਸ ਨੇ ਅਖਾੜੇ ਬਣਾਏ ਹੋਏ ਨੇ, ਉਹਨਾਂ ਪਹਿਲਵਾਨ ਸੱਦੇ ਹੋਏ ਨੇ, ਉਹਨਾਂ ਮਰਵਾ ਦੇਣਾ ਹੈ। ਚਿੰਤਾ ਲੱਗ ਗਈ। ਕਰਦਿਆਂ ਰਥ ਜਿਹੜਾ ਸੀ ਉਹ ਕੀ ਹੈ, ਉਹ ਜਮਨਾ ਦੇ ਕੰਢੇ ਆ ਗਿਆ। ਜਮਨਾ ਦੇ ਕੰਢੇ ਆ ਗਿਆ ਅਤੇ ਭਗਵਾਨ ਕ੍ਰਿਸ਼ਨ ਨੇ ਉਹਨਾਂ ਅੰਦਰ ਸੰਕਲਪ ਪੈਦਾ ਕਰ ਦਿੱਤਾ ਅਕਰੂਰ ਜੀ ਦੇ ਅੰਦਰ ਕਿ ਮੈਂ ਇਸ਼ਨਾਨ ਕਰਨਾ ਹੈ। ਭਗਵਾਨ ਨੂੰ ਕਹਿੰਦੇ ਤੁਸੀਂ ਬਾਹਰ ਖੜੇ ਹੋਵੋ, ਮੈਂ ਇਸ਼ਨਾਨ ਕਰਨਾ। ਹੁਣ ਜਿਸ ਵੇਲੇ ਉਹ ਚਿੰਤਾ ਵੀ ਲੱਗੀ ਹੋਈ ਸੀ। ਹੁਣ ਜਿਸ ਵੇਲੇ ਉਹ ਕੀ ਕੀਤਾ ਕਿ ਉਹ ਬਾਹਰੋਂ ਕੱਪੜੇ ਉਤਾਰ ਕੇ ਅੰਦਰ ਗਏ ਨੇ, ਜਮਨਾ ਵਿੱਚ ਜਾ ਕੇ ਉਹਨਾਂ ਨੱਕ ਫੜ ਕੇ ਚੁੱਭੀ ਮਾਰੀ ਹੈ, ਅਤੇ ਥੱਲੇ ਕੀ ਵੇਖਦੇ ਨੇ, ਭਗਵਾਨ ਕ੍ਰਿਸ਼ਨ ਪਾਣੀ ਦੇ ਵਿੱਚ ਨੇ। ਜਿਸ ਲਈ ਉਹਨਾਂ ਨੇ ਗੱਲ ਕੀ, ਛੇਤੀ ਨਾਲ ਲੱਲਾ ਕੀ ਸਿਰ ਬਾਹਰ ਕੱਢਿਆ, ਬਾਹਰ ਕੱਢ ਕੇ ਸਿਰ ਝਾੜਿਆ ਪਾਣੀ ਤੋਂ, ਅਤੇ ਭਗਵਾਨ ਵੱਲ ਵੇਖਿਆ ਅਤੇ ਭਗਵਾਨ ਦੇ ਕੰਢੇ 'ਤੇ ਖੜੇ ਨੇ। ਉਹਨਾਂ ਫਿਰ ਚੁੱਭੀ ਮਾਰੀ ਕੀ ਵੇਖਿਆ, ਭਗਵਾਨ ਅੰਦਰ ਨੇ ਪਾਣੀ 'ਚ। ਉੱਥੋਂ ਅਕਰੂਰ ਨੂੰ ਗੱਲ ਕੀ ਜਿਹੜਾ ਸੀ ਨਾ, ਵਿਸ਼ਵਾਸ ਹੋ ਗਿਆ। ਆਪਾਂ ਪੜ੍ਹਦੇ ਹਾਂ ਨਾ ਕਈ ਵਾਰੀ, ਜਲਾਂ ਥਲਾਂ ਵਿੱਚ ਵਸਦਾ ਰਾਖਾ ਮੇਰਾ, ਉਹ ਜਲਾਂ ਥਲਾਂ ਵਿੱਚ ਵਸਦਾ ਰਾਖਾ ਮੇਰਾ। ਜਲਾਂ ਥਲਾਂ ਵਿੱਚ ਵਸਦਾ ਰਾਖਾ ਮੇਰਾ, ਉਹ ਜਲਾਂ ਥਲਾਂ ਵਿੱਚ ਵਸਦਾ ਰਾਖਾ ਮੇਰਾ। ਜਲਾਂ ਥਲਾਂ ਵਿੱਚ ਵਸਦਾ ਰਾਖਾ ਮੇਰਾ, ਉਹ ਜਲਾਂ ਥਲਾਂ ਵਿੱਚ ਵਸਦਾ ਰਾਖਾ ਮੇਰਾ। ਉਹ ਜਲਾਂ ਥਲਾਂ ਵਿੱਚ ਵਸਦਾ ਰਾਖਾ ਮੇਰਾ, ਉਹ ਜਲਾਂ ਥਲਾਂ ਵਿੱਚ ਵਸਦਾ ਰਾਖਾ ਮੇਰਾ। ਪਿਆਰੀ ਸਾਧ ਸੰਗਤ, ਉਹ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਉਹ ਹਰ ਜਗ੍ਹਾ ਮੌਜੂਦ ਹੈ। ਜੇ ਅਸੀਂ ਉਹਨੂੰ ਆਪਣਾ ਰਾਖਾ ਸਮਝ ਲਈਏ ਅਤੇ ਉਹ ਸਾਡੀ ਰਾਖੀ ਉਹ ਜਲ ਵਿੱਚ ਵੀ ਕਰੇਗਾ, ਥਲ ਵਿੱਚ ਵੀ ਕਰੇਗਾ। ਅਕਰੂਰ ਨੂੰ ਵਿਸ਼ਵਾਸ ਹੋ ਗਿਆ। ਉੱਥੋਂ ਨਿਕਲ ਕੇ ਜਾਂਦੇ ਨੇ ਅੱਗੇ, ਅਤੇ ਜਿਹੜੀ ਸ਼ਾਹੀ ਸੜਕ ਸੀ ਉੱਧਰ ਤੁਰੇ ਜਾ ਰਹੇ ਨੇ, ਅਤੇ ਅਗਲੇ ਬੰਨੇ ਕੀ ਕੀਤਾ, ਅਸਲ ਵਿੱਚ ਉਹਨਾਂ ਨੇ ਕੀ ਕੀਤਾ ਕਿ ਅਗਲੇ ਬੰਨੇ ਅਖਾੜੇ ਰਚੇ ਹੋਏ ਸਨ। ਅਤੇ ਉਹ ਕੀ ਕੀਤਾ ਕਿ ਉਹ ਅਖਾੜੇ ਵਿੱਚ ਪਹਿਲਵਾਨ ਸਨ, ਅਤੇ ਉਹਨਾਂ ਨੇ ਕਿਹਾ ਵੀ ਇੱਥੇ ਗੱਲ ਕੀ, ਚਲੋ ਕੰਸ ਵੀ ਆ ਗਿਆ, ਉੱਥੇ ਕੁਰਸੀ ਡਾ ਕੇ ਬੈਠਾ ਹੈ, ਅਤੇ ਗੱਲ ਕੀ ਉਹਨਾਂ ਕਿਹਾ ਚਲੋ ਮਜ਼ਾਕ 'ਚ ਇੱਦਾਂ ਕੁਸ਼ਤੀ ਵੇਖੀ ਇਹਨਾਂ ਦੀ ਗਵਾਲਾਂ ਦੀ। ਸਾਰੀ ਦੁਨੀਆ ਹੈਰਾਨ ਸੀ ਵੇਖਣ ਵਾਸਤੇ, ਜਿਹੜੀਆਂ ਬੀਬੀਆਂ ਸਨ ਸਾਰੇ ਜਾਂ ਹੋਰ ਬੰਦੇ ਸਨ। ਕਹਿੰਦੇ ਇਹ ਤਾਂ ਬੜਾ ਧੱਕਾ ਕਰਨ ਲੱਗੇ ਨੇ। ਕਹਿੰਦੇ ਉਹ ਛੋਟੇ ਛੋਟੇ ਬੱਚੇ ਨੇ, ਇਹ ਗੱਲ ਕੀ, ਇਹ ਝੋਟਿਆਂ ਵਾਂਗੂ ਗੱਲ ਕੀ, ਗਲੀ ਕਿੱਡੇ ਕਿੱਡੇ ਵੱਡੇ ਪਹਿਲਵਾਨ ਨੇ, ਅਤੇ ਇਹਨਾਂ ਦਾ ਤਾਂ ਮੇਲ ਹੀ ਨਹੀਂ ਬਣਦਾ ਹੈਗਾ।
ਪਰ ਉਹਨਾਂ ਨੇ ਕੀ ਕੀਤਾ, ਸਭ ਤੋਂ ਪਹਿਲਾਂ ਹਾਥੀ ਭੇਜਿਆ। ਜਿਸ ਵੇਲੇ ਹਾਥੀ ਭੇਜਿਆ ਉਹਨਾਂ ਨੇ, ਅਤੇ ਹਾਥੀ ਨੂੰ ਸ਼ਰਾਬ ਪਿਆਈ ਸੀ, ਅਤੇ ਉਹ ਹਾਥੀ ਆਇਆ, ਭਗਵਾਨ ਕ੍ਰਿਸ਼ਨ ਨੇ ਫੜ ਕੇ ਦੰਦ ਤੋਂ ਫੜ ਕੇ ਕੀ ਕੀਤਾ, ਉਹਦਾ ਦੰਦ ਤੋੜ ਦਿੱਤਾ, ਅਤੇ ਹਾਥੀ ਨੂੰ ਗਲਕੀ ਥੱਲੇ ਮਾਰਿਆ ਵਗਾ ਕੇ। ਹਾਥੀ ਚੀਕਾਂ ਮਾਰਦਾ ਭੱਜ ਗਿਆ। ਜਿਹੜੇ ਦੰਦ ਫੜ ਕੇ ਨਾ ਭਗਵਾਨ ਕ੍ਰਿਸ਼ਨ ਨੇ ਆਪਣੇ ਕੋਲ ਰੱਖ ਲਿਆ। ਜਿਸ ਵੇਲੇ ਕੋਲ ਰੱਖ ਲਿਆ ਅਤੇ ਗੱਲ ਕੀ, ਫਿਰ ਅਗਲੇ ਬੰਨੇ ਉਹਨਾਂ ਨੇ ਫਿਰ ਉਹ ਮੁਸ਼ਕਾ ਜਿਹੜਾ ਪਹਿਲਵਾਨ ਸੀ ਉਹ ਵੀ ਆਇਆ। ਸਭ ਤੋਂ ਵੱਡਾ ਉਹ ਸੀ। ਇੱਕ ਹੋਰ ਸੀ ਬਲਰਾਮ ਸੀ, ਅਤੇ ਨਾਲ ਗੱਲ ਕੀ ਭਗਵਾਨ ਕ੍ਰਿਸ਼ਨ ਸਨ। ਇਹ ਦੋਨੇ ਅਵਤਾਰ ਗਿਣੇ ਜਾਂਦੇ ਨੇ, ਇਹ ਦੋਨੇ ਅਵਤਾਰ ਗਿਣੇ ਜਾਂਦੇ ਨੇ। ਜਿਸ ਵੇਲੇ ਗੱਲ ਕੀ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਦੇ ਵੱਲ ਆਏ, ਇਹਨਾਂ ਨੇ ਕੀ ਕੀਤਾ ਕਿ ਇੱਕ ਦੇ ਵੱਲ ਇੱਕ ਹੋ ਗਿਆ, ਦੂਜੇ ਵੱਲ ਦੂਜਾ ਹੋ ਗਿਆ। ਇਹਨਾਂ ਉੱਥੇ ਕੀ ਕੀਤਾ ਕਿ ਉੱਥੇ ਦੋਨਾਂ ਨੂੰ ਮਾਰ ਛੱਡਿਆ। ਦੋ ਮਾਰ ਛੱਡੇ, ਦੋ ਫਿਰ ਹੋਰ ਆਏ, ਉਹਨਾਂ ਨੂੰ ਚੁੱਕ ਕੇ ਮਾਰਿਆ। ਮਾਰ ਕੇ ਅਤੇ ਉਹਨਾਂ ਕੀ ਕੀਤਾ ਕਿ ਭਗਵਾਨ ਕ੍ਰਿਸ਼ਨ ਨੇ ਗੱਲ ਕੀ ਗਵਾਲ ਬਾਲ ਜਿਹੜੇ ਨਾਲ ਗਏ ਸਨ, ਉਹਨੇ ਕਿਹਾ ਰੌਲੀ ਪਾ ਦਿਓ। ਉਹਨਾਂ ਰੌਲੀ ਪਾਤੀ ਸਾਰੀ, ਅਤੇ ਗੱਲ ਕੀ ਉਹ ਉੱਥੋਂ ਦੁਨੀਆ ਭੱਜ ਨੱਸ ਗਈ। ਭਗਵਾਨ ਆਪ ਜਾਂਦੇ ਨੇ ਕਿੱਧਰ, ਕਹਿੰਦੇ ਕੰਸ ਵੱਲ ਜਾ ਰਹੇ ਨੇ। ਸ਼ਾਹੀ ਜਿਹੜਾ ਦਰਬਾਰ ਸੀ ਉਹਨੂੰ ਸੜਕ ਜਾਂਦੀ ਸੀ, ਉੱਧਰ ਤੁਰੇ ਜਾ ਰਹੇ ਸਨ। ਜਿਸ ਵੇਲੇ ਤੁਰੇ ਜਾ ਰਹੇ ਨੇ ਅਤੇ ਅਗਲੇ ਪਾਸਿਓਂ ਗੱਲ ਕੀ ਇੱਕ ਕੁਬਜਾ ਮਾਲਣ ਸੀ। ਇੱਕ ਉਹ ਹੈ ਕੁਬੜੀ ਸੀ, ਸੁੰਦਰ ਬੜੀ ਸੀ, ਅਤੇ ਉਹਦਾ ਰੰਗ ਬੜਾ ਸੁੰਦਰ ਸੀ, ਪਤਲੀ ਜੀ ਹੈ ਸੀ, ਬਹੁਤ ਸੁੰਦਰ ਸੀ। ਅਤੇ ਉਹਦਾ ਕਰਮ ਕੀ ਸੀ ਕਿ ਉਹ ਹਰ ਰੋਜ਼ ਕੰਸ ਨੂੰ ਗੱਲ ਕੀ ਕਰਦੀ ਸੀ, ਗਜਰੇ ਬਣਾ ਕੇ ਫੁੱਲਾਂ ਦੇ, ਅਤੇ ਨਾਲੇ ਤਿਲਕ ਲਾਉਂਦੀ ਸੀ, ਅਤੇ ਨਾਲੇ ਉਹਨਾਂ ਦੇ ਗਲ ਹਾਰ ਪਾਉਂਦੀ ਸੀ। ਉਹ ਥਾਲ ਸਜਾ ਕੇ ਪੂਜਾ ਦਾ ਥਾਲ ਸਜਾ ਕੇ ਤੁਰੀ ਜਾ ਰਹੀ ਹੈ। ਜਿਸ ਵੇਲੇ ਤੁਰੀ ਜਾ ਰਹੀ ਹੈ, ਅਤੇ ਅਗਲੇ ਬੰਨੇ ਜਾ ਕੇ ਜਦੋਂ ਭਗਵਾਨ ਕ੍ਰਿਸ਼ਨ ਨੇ ਵੇਖਿਆ, ਉਹ ਖੜੀ ਰਹਿ ਗਈ। ਪਰ ਇੱਕੋ ਕੰਮ ਸੀ, ਕੁੱਬੀ ਸੀ। ਮੈਂ ਕਈ ਵਾਰੀ ਬੋਲਦਾ ਹੁੰਦਾ ਹੈ, ਬੁੱਧੀ ਬੜੀ, ਸਗੜਾਈ ਬੜੀ, ਚਤਰਾਈ ਬੜੀ, ਜਗ ਮੇਂ ਪ੍ਰਗਟੀ ਹੈ। ਧਰਮ ਬੜੋ ਤਨ ਧਾਨ ਬੜੋ, ਕਰਤੂਤ ਬੜੀ ਤਨ ਪੇ ਲਿਪਟੀ ਹੈ। लाखों ही भूपत विलोकत इंद्र हूँ तेना एक घटी है। तुलसी रघुनाथ की भक्ति बिना जैसे सुंदर नारी की नाक कटी है। उधर गुरु अर्जन देव जी बाणी जी लिखते हैं अति सुंदर, ध्यान देना। उधर गुरु अर्जन देव जी लिखते हैं अपनी बाणी में अति सुंदर, चतुर्मुख, ज्ञानी, तनवंत, मृत कहिए नानका जे प्रीत नहीं भगवंत। कहते सुंदर कि उन्हें किन्ना होवे, कुलीन, उच्ची कुल च पैदा होया होवे। अति सुंदर, कुलीन, चतुर्मुख, मूँह का बड़ा चलाक होवे, गल करनी जानता होवे, ज्ञानी, ज्ञान भी बड़ा होवे, तनवंत, धन वालों भी कमी ना होवे। कहते मृत कहिए नानका जे प्रीत नहीं भगवंत। कहते वो धरती उत्ते चलदा फिरदा मुरदा है जे ओदी प्रीत मालक नाल नहीं, परमात्मा नाल नहीं थी। हुण वो कुबजा जिहड़ी सी ओहदा रोज़ दा कर्म सी, वो तो तिल करदी सी, गजरे पाउंदी सी, गल की हार पाउंदी सी। हुण जिस वेले भगवान दे उत्ते नज़र पै गई, ये अखां ने, ये अखां जिहड़ियां ने ना, मैं कई बारी बेनती कीती है, ये अखां जिहड़ियां ने सानू तार भी दिंदियां ते मार भी दिंदियां ने। अखां काहदे वास्ते ने? अखियां जी दर्शन नू, 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 अखियां जी दर्शन नू। सतगुर मिले तां दर्शन पाइए प्यारिओ, दर्शन नू, अखियां जी दर्शन नू, अखियां जी दर्शन नू,
ਅੱਖੀਆਂ ਜੀ ਦਰਸ਼ਨ ਨੂੰ। ਸਤਿਗੁਰ ਦਾ ਦੀਦਾਰ ਕੀਤਾ ਏ, ਮਨ ਠੰਡਾ ਹੋ ਗਿਆ, ਭਗਤੀ ਬਣ ਗਈ, ਭਗਤੀ ਦੇ ਅਣੂ ਸਾਡੇ ਅੰਦਰ ਇਕੱਠੇ ਹੋ ਗਏ, ਭਗਤੀ ਦੇ ਗੁਣ ਸਾਡੇ ਅੰਦਰ ਇਕੱਠੇ ਹੋ ਗਏ। ਤੇ ਜੇ ਇਹੋ ਹੀ ਅੱਖਾਂ ਜਿਹੜੀਆਂ ਨੇ ਕਿਸੇ ਦੇ ਰੂਪ ਉੱਤੇ ਚੱਲ ਜਾਣ, ਤੇ ਇਸਤਰੀ ਆਦਮੀ ਨੂੰ ਵੇਖ ਲਏ, ਆਦਮੀ ਇਸਤਰੀ ਨੂੰ ਵੇਖ ਲਏ ਕਿਸੇ ਨੂੰ, ਤੇ ਉਹਦੇ ਨਾਲ ਕੀ ਹੈ, ਅੱਖਾਂ ਦੇ ਅੰਦਰ ਵਿਗਾੜ ਪੈਦਾ ਹੋ ਜਾਏਗਾ, ਰੋਗ ਪੈਦਾ ਹੋ ਜਾਏਗਾ। ਇਹ ਅੱਖਾਂ ਜਿਹੜੀਆਂ ਨੇ, ਜਿਹੜੀਆਂ ਦਰਸ਼ਨ ਕਰਕੇ ਤਾਰਦੀਆਂ ਨੇ, ਇਹ ਕੀ ਹੈ, ਇਹ ਨਰਕਗਾਮੀ ਕਰ ਦੇਣਗੀਆਂ। ਇਹ ਅੱਖਾਂ ਜਿਹੜੀਆਂ ਨੇ ਨਰਕਗਾਮੀ ਕਰ ਦੇਣਗੀਆਂ। ਕਿਉਂ? ਇਹ ਅੱਖਾਂ ਜਿਹੜੀਆਂ ਨੇ ਜੇ ਗੱਲ ਕੀ ਦਰਸ਼ਨ ਕਰਕੇ ਤਾਰ ਦਿੰਦੀਆਂ ਨੇ, ਤੇ ਇਹਨਾਂ ਅੱਖਾਂ ਦੇ ਨਾਲ ਜੋ ਵਕਾਰ ਪੈਦਾ ਹੋ ਕੇ ਜਦੋਂ ਵੇਖਦਾ ਹੈ ਉਦੋਂ ਮਾਰ ਵੀ ਦਿੰਦੇ ਨੇ। ਇਸ ਕਰਕੇ ਇਹਨਾਂ ਦੇ ਦੋ ਰੂਪ ਨੇ। ਦੂਜਾ ਰੂਪ ਕਿਹੜਾ ਹੈ, ਆਓ ਪੜ੍ਹੀਏ। ਇੱਕ ਮਾਰੇ ਨੇ ਮਰ ਗਏ ਅੱਖੀਆਂ ਦੇ, ਇੱਕ ਮਾਰੇ ਨੇ ਮਰ ਗਏ ਅੱਖੀਆਂ ਦੇ, ਇੱਕ ਮਾਰੇ ਨੇ ਮਾਰੇ ਗਏ ਅੱਖੀਆਂ ਦੇ, ਇੱਕ ਮਾਰੇ ਨੇ ਮਾਰੇ ਗਏ ਅੱਖੀਆਂ ਦੇ, ਇੱਕ ਮਾਰੇ ਨੇ ਮਰ ਗਏ ਅੱਖੀਆਂ ਦੇ, ਇੱਕ ਮਾਰੇ ਨੇ ਮਰ ਗਏ ਅੱਖੀਆਂ ਦੇ, ਇੱਕ ਮਾਰੇ ਨੇ ਮਾਰੇ ਗਏ ਅੱਖੀਆਂ ਦੇ, ਇੱਕ ਮਾਰੇ ਨੇ ਮਾਰੇ ਗਏ ਅੱਖੀਆਂ ਦੇ, ਇੱਕ ਤਾਰੇ ਨੇ ਤਾਰੇ 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 ਗਏ ਅੱਖੀਆਂ ਦੇ। ਅੱਖਾਂ ਤਰ ਜਾਂਦੀਆਂ ਨੇ ਦੀਦਾਰ ਕਰਕੇ ਸਤਿਗੁਰ ਦਾ, ਤੇ ਅੱਖਾਂ ਜਿਹੜੀਆਂ ਨੇ ਮਾਰ ਦਿੰਦੀਆਂ ਨੇ। ਨਹੀਂ ਸਮਝ ਆ ਰਹੀ ਇਹਨਾਂ ਨੂੰ, ਬੁੱਧੀ ਨਹੀਂ ਕੰਮ ਕਰਦੀ ਹੈ ਜੀ। ਤੋ ਮੈਂ ਕਹਿੰਦਾ ਇਹਨੂੰ ਸਪੀਕਰ ਦਿਓ। ਪਤਾ ਕੀ ਗੱਲ ਹੈਗੀ ਹੈ, ਅਸਲ ਵਿੱਚ ਮੈਂ ਜਦ ਬੇਨਤੀ ਕਰਨਾ ਨਾ, ਜਿਸ ਮਾਂ ਨੇ ਜਨਮ ਦੇਣਾ ਨਾ ਬੱਚੇ ਨੂੰ, ਤੇ ਬੱਚਾ ਪੇਟ ਵਿੱਚ ਹੈ ਤੇ ਉਹਨੂੰ ਸੌਣਾ ਨਹੀਂ ਚਾਹੀਦਾ। ਇਹ ਸਾਰੇ ਸੌਣ ਦੇ ਕੰਮ ਨੇ, ਇਹ ਸਾਰੇ ਸੌਣ ਦੇ ਕੰਮ ਨੇ ਬੱਚੇ ਨੂੰ। ਕਿਉਂ? ਬੱਚੇ ਨੂੰ ਮਾਂ ਜਿਹੜੀ ਹੈ ਉਹ ਜਨਨੀ ਜਨੇ ਤੋਂ ਭਗਤ ਜਨ ਜਾਂ ਦਾਤਾ ਜਾਂ ਸ਼ੂਰ, ਨਹੀਂ ਤੇ ਜਨਨੀ ਬਾਂਦਰੇ ਕਾਹੇ ਗਵਾਵੇ ਨੂਰ। ਹੁਣ ਕਈ ਵਾਰੀ ਕਹਿੰਦੇ ਆ ਸਾਡਾ ਬੱਚਾ ਸੌਂਦਾ ਬੜਾ ਹੈ। ਜਦੋਂ ਬੱਚਾ ਪੇਟ 'ਚ ਰੱਖ ਕੇ ਤੇ ਤੂੰ ਆ ਮਾਤਾ ਜਨਮ ਦੇਣ ਵਾਲੀ ਸੌਣਾ, ਤੇ ਬੱਚੇ ਨੇ ਫਿਰ ਕੀ ਕਰਨਾ ਹੈ, ਸੁੱਤੇ ਹੀ ਰਹਿਣਾ। ਫਿਰ ਜਿੱਦਾਂ ਜੇ ਚੋਰੀ ਕਰਨੀ ਹੈ ਤੇ ਬੱਚਾ ਚੋਰ ਪੈਦਾ ਹੋਵੇਗਾ। ਜਨਨੀ ਜਨੇ ਤੋਂ ਭਗਤ ਜਨ ਜਾਂ ਦਾਤਾ ਜਾਂ ਸ਼ੂਰ, ਨਹੀਂ ਤੇ ਜਨਨੀ ਬਾਂਦਰੇ ਕਾਹੇ ਗਵਾਵੇ ਨੂਰ। ਇੱਥੋਂ ਔਲਾਦ ਦਾ ਪਤਾ ਲੱਗ ਜਾਂਦਾ ਹੈ ਮਹਾਂਪੁਰਖਾਂ ਨੂੰ। ਮੈਂ ਨਹੀਂ ਕਹਿੰਦਾ, ਇਹ ਕਬੀਰ ਸਾਹਿਬ ਦੀ ਬਾਣੀ ਹੈ। ਜੇ ਮਾਂ ਨੇ ਗੱਲ ਕੀ, ਮਾਂ ਮਾਸ ਖਾਂਦੀ ਹੈ, ਬੱਚਾ ਮਾਸਾਹਾਰੀ ਹੋਵੇਗਾ। ਮਾਂ ਝੂਠ ਬੋਲਦੀ ਹੈ, ਬੱਚਾ ਝੂਠ ਬੋਲੇਗਾ। ਮਾਂ ਬੰਦਗੀ ਕਰੇਗੀ। ਪ੍ਰਹਲਾਦ ਨੇ ਕੀ ਕੀਤਾ ਸੀ, ਮਾਤਾ ਦੇ ਜਦੋਂ ਉਹ ਮਾਤਾ ਦੇ ਗਰਭ ਵਿੱਚ ਸੀ, ਉਦੋਂ ਕੀ ਕੀਤਾ, ਇੰਦਰ ਜਿਹੜਾ ਸੀ ਨਾ ਉਹਨੂੰ ਚਰਾ ਕੇ ਲੈ ਚਲਿਆ। ਉਹਨੇ ਕਿਹਾ ਵੀ ਉਹ ਤਪੱਸਿਆ ਕਰਨ ਗਿਆ ਹੈ, ਹਰਨਾਕਸ਼ ਤਪੱਸਿਆ ਕਰਨ ਗਿਆ ਹੈ, ਤੇ ਮੈਂ ਇਹਦੀ ਇਸਤਰੀ ਚੁੱਕ ਕੇ ਲੈ ਜਾਣਾ। ਅੱਗੋਂ ਨਾਰਦ ਮੁਨੀ ਵੇਖਿਆ, ਨਾਰਦ ਮੁਨੀ ਨੇ ਕਿਹਾ, ਕਹਿੰਦੇ ਇਹਨੂੰ ਕਿੱਥੇ ਲੈ ਕੇ ਚਲੇ ਆਏ? ਕਹਿੰਦਾ ਕਿ ਮੈਂ ਇਹਨੂੰ ਗੱਲ ਕੀ ਲੈ ਚਲੇ ਆ, ਇਹ ਲੋਕਾਂ ਦੀ ਇਸਤਰੀ ਚੁੱਕਦਾ ਹੈ। ਕਹਿੰਦੇ ਬੜਾ ਵੱਡਾ ਪਾਪ ਕਰਦਾ, ਤੂੰ ਵੀ ਕੋਈ ਪਾਪੀ ਲਗਾ ਬਣਨਾ।
ਉਸਨੇ ਕੀ ਕੀਤਾ, ਕਹਿੰਦੇ ਨੇ ਉਸਨੇ ਉਹਨੂੰ ਗੱਲ ਕੀ ਕੀਤਾ, ਇੱਕ ਰਿਸ਼ੀ ਦੇ ਆਸ਼ਰਮ 'ਤੇ ਛੱਡ ਦਿੱਤਾ। ਉਹਦੀ ਰਿਸ਼ੀ ਦੇ ਆਸ਼ਰਮ ਛੱਡ ਕੇ ਅਤੇ ਉੱਥੇ ਕੀ ਕੀਤਾ, ਉਹਨੂੰ ਰਾਮ ਨਾਮ ਦਾ ਉਪਦੇਸ਼ ਕੀਤਾ। ਰਾਮ ਨਾਮ ਦਾ ਉਪਦੇਸ਼ ਕੀਤਾ ਅਤੇ ਉਹਨੂੰ ਐਸੀ ਰੱਟ ਲੱਗੀ। ਉਹਨੇ ਗੱਲ ਕੀ, ਇਸਤਰੀ ਨੇ ਐਸਾ ਨਾਮ ਜਪਿਆ ਕਿ ਜਿਹੜਾ ਬੱਚਾ ਅੰਦਰ ਸੀ ਉਹ ਅੰਦਰੋਂ ਵੀ ਰਾਮ ਰਾਮ ਹੀ ਬੋਲਦਾ ਹੈ। ਫਿਰ ਤੁਹਾਡੇ ਸਾਹਮਣੇ ਇਹ ਮਿਸਾਲ ਹੈ, ਸੰਸਾਰ ਦੇ ਅੰਦਰ ਕੋਈ ਬਣਾਈ ਹੋਈ ਗੱਲ ਨਹੀਂ ਹੈਗੀ। ਤੁਹਾਡੇ ਸਾਹਮਣੇ ਮਿਸਾਲ ਹੈ ਕਿ ਕੀ ਕੀਤਾ ਹੈ ਕਿ ਉਹਨੂੰ ਪਹਾੜ ਤੋਂ ਸੁੱਟਣ ਦੀ ਕੋਸ਼ਿਸ਼ ਕੀਤੀ, ਮਾਰਨ ਦੀ, ਨਹੀਂ ਮਰਿਆ। ਰਾਮ ਨਾਮ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ, ਨਹੀਂ ਹਟਿਆ। ਉਹਦਾ ਕਾਰਨ ਕੀ ਹੈਗਾ ਹੈ? ਕਾਰਨ ਇਹ ਹੈ ਕਿ ਉਹਦੇ ਅੰਦਰ ਉਹਨੂੰ ਜਨਮ ਤੋਂ ਹੀ ਗੱਲ ਕੀ ਗੁੜਤੀ ਜਿਹੜੀ ਸੀ ਉਹ ਰਾਮ ਨਾਮ ਦੀ ਦੇ ਦਿੱਤੀ। ਇਸ ਕਰਕੇ ਕਬੀਰ ਸਾਹਿਬ ਕਹਿੰਦੇ, ਜਨਨੀ ਜਨੇ ਤੋਂ ਭਗਤ ਜਨ ਜਾਂ ਦਾਤਾ ਜਾਂ ਸ਼ੂਰ, ਨਹੀਂ ਤੇ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਕਹਿੰਦੇ ਨਹੀਂ ਤੇ ਜਨਮੀ ਜਿਹੜੀ ਜਨਮ ਦੇਣ ਵਾਲੀ ਆ, ਆਪਣੇ ਸਰੀਰ ਦਾ ਕਿਉਂ ਨਾਸ ਪੁੱਟਦੀ ਹੈ, ਆਪਣੇ ਸਰੂਪ ਦਾ ਕਿਉਂ ਨਾਸ ਕਰਦੀ ਹੈ, ਆਪਣਾ ਸਰੂਪ ਕਿਉਂ ਖਰਾਬ ਕਰਦੀ ਹੈ? ਨਹੀਂ ਤੇ ਇਹਨਾਂ ਬਾਂਝ ਚੰਗੀ ਹੈ। ਇਸ ਕਰਕੇ ਹੁਣ ਮੈਂ ਕੁਬਜ਼ਾਂ ਦੀ ਗੱਲ ਸੁਣਾ ਰਿਹਾ ਸੀ। ਹੁਣ ਕੁਬਜ਼ਾਂ ਜਿਹੜੀ ਹੈ ਉਹਨੇ ਥਾਲ ਲੈ ਕੇ ਉਸ ਸਤੰਭ ਦਾ ਸਤੰਭ ਖੜੀ ਹੋ ਗਈ, ਭਗਵਾਨ ਵੱਲ ਤੱਕੀ ਜਾਂਦੀ ਹੈ। ਭਗਵਾਨ ਦੀ ਸੂਰਤ ਜਿਹੜੀ ਸੀ, ਹੁਣ ਭਗਵਾਨ ਦੇ ਵਰਗੀ ਸੂਰਤ ਹੈ ਹੀ ਕਿਸੇ ਦੀ ਨਹੀਂ। ਜਿਸ ਵੇਲੇ ਉਹ ਦੇਖਦੀ ਹੈ ਭਗਵਾਨ ਵੱਲ, ਤੇ ਉਹ ਕੀ ਕੀਤਾ, ਇੱਕ ਕੁੱਬੀ ਹੈਗੀ ਹੈ, ਦੂਜਾ ਭਗਵਾਨ ਵੱਲ ਵੇਖ ਕੇ ਤੇ ਉਹਦੇ ਪੈਰ ਧਰਤੀ ਨਾਲ ਜੁੜ ਗਏ। ਉੱਧਰੋਂ ਭਗਵਾਨ ਨੇ ਵੇਖ ਲਿਆ ਉਹਨੇ ਵੇਖ ਲਿਆ ਭਗਵਾਨ ਨੇ ਕਿ ਇਹ ਮੇਰੇ ਪ੍ਰੇਮ 'ਚ ਪਾਗਲ ਹੋ ਗਈ ਹੈ, ਮੇਰੇ ਪ੍ਰੇਮ 'ਚ ਸਨੀ ਰਹੀ ਹੈ। ਭਗਵਾਨ ਮੁਸਕਰਾਏ ਨੇ ਤੇ ਉਹ ਲਾਗੇ ਗਏ, ਕਹਿੰਦੇ ਦੇਵੀ ਤੂੰ ਕੌਣ ਹੈ? ਉਹ ਕਹਿੰਦੀ ਹੈ ਮਹਾਰਾਜ ਜੀ ਮੈਂ ਮਾਲਣ ਹੈ, ਮਾਲਾ ਬਣਾਉਣੀ ਹੈ ਮੈਂ, ਤੇ ਮੈਂ ਮਾਲਣ ਹੈ। ਕਹਿੰਦੇ ਤੇਰਾ ਰੰਗ ਬੜਾ ਸੁੰਦਰ ਹੈ, ਤੇਰਾ ਸਰੀਰ ਬੜਾ ਸੁੰਦਰ ਹੈ, ਪਤਲੀ ਜੀ ਤੂੰ ਗੱਲ ਕੀ ਹੈ, ਤੇ ਤੂੰ ਜਨਮ ਤੋਂ ਕੁਬੜੀ ਹੈ? ਕਹਿੰਦੀ ਹਾਂਜੀ, ਮੇਰੀ ਇਸੇ ਕਰਕੇ ਸ਼ਾਦੀ ਨਹੀਂ ਹੋਈ। ਬਾਣੀ 'ਚ ਆਉਂਦਾ ਸ਼ਬਦ ਕੁਬਜਾਂ ਉਦਰੀ ਅੰਗੁਸ਼ਟ ਧਾਰ, ਅੰਗੁਸ਼ਟ ਕਹਿੰਦੇ ਨੇ ਪੈਰ ਦਾ ਅੰਗੂਠਾ। ਉੱਥੇ ਭਗਵਾਨ ਨੇ ਕੀ ਕੀਤਾ, ਕਹਿੰਦੇ ਨੇ ਦੇਵੀ, ਭਗਵਾਨ ਲਾਗੇ ਜਾਂਦੇ ਨੇ, ਭਗਵਾਨ ਨੇ ਕੀ ਕੀਤਾ, ਉਹਦੀ ਠੋਡੀ ਥੱਲੇ ਹੱਥ ਰੱਖਿਆ ਹੈ, ਪਿੱਛੋਂ ਗਿੱਚੀ ਤੋਂ ਪਕੜਿਆ ਹੈ, ਤੇ ਉਹਦੇ ਪੈਰ ਦੇ ਅੰਗੂਠੇ ਉੱਤੇ ਆਪਣਾ ਅੰਗੂਠਾ ਧਰ ਕੇ ਕੀ ਕੀਤਾ, ਹਜ਼ੂਰ ਦੀ ਹਲੂਣਾ ਮਾਰਿਆ ਹੈ, ਤੇ ਉਹਨੂੰ ਉਹਦਾ ਕੁੱਬ ਕੱਢ ਕੇ ਤੂੰ ਐ ਬਿਲਕੁਲ ਕਲਕੀ ਇੱਕ ਤਾਰ ਵਾਂਗੂ ਕਲਕੀ ਉਹਨਾਂ ਨੇ ਸਿੱਧੀ ਕਰ ਦਿੱਤੀ ਹੈ। ਕਹਿੰਦੇ ਦੇਵੀ ਕੋਈ ਦਰਦ ਨਹੀਂ ਹੋਈ? ਕਹਿੰਦੇ ਨਹੀਂ ਮਹਾਰਾਜ। ਕਹਿੰਦੇ ਹੁਣ ਜਾ, ਜਿੱਥੇ ਜਾਣੇ ਜਾ ਤੂੰ। ਉਹ ਵੇਖੀ ਜਾਂਦੀ ਹੈ, ਉਹ ਭਗਵਾਨ ਵੱਲ ਵੇਖੀ ਜਾਂਦੀ ਹੈ। ਭਗਵਾਨ ਉਹਦੇ ਵੱਲ ਹੱਸਦੇ ਨੇ, ਕਹਿੰਦੇ ਤੂੰ ਹੁਣ ਜਾ ਆਪਣਾ ਕੰਮ ਕਰ, ਤੈਨੂੰ ਗੱਲ ਕੀ, ਮੈਂ ਤੇਰਾ ਕੰਮ ਕਰ ਛੱਡਿਆ ਹੈਗਾ, ਮੈਂ ਤੈਨੂੰ ਗੱਲ ਕੀ, ਮੈਂ ਨਵਾਂ ਜੀਵਨ ਦੇ ਦਿੱਤਾ ਹੈ। ਜਿਸ ਵੇਲੇ ਗੱਲ ਕੀ ਉਹ ਜਾਂਦੀ ਨਹੀਂ ਹੈਗੀ, ਤੇ ਭਗਵਾਨ ਜਿਹੜੇ ਨੇ ਖਲੋਤੇ ਨੇ, ਅਕਰੂਰ ਵੀ ਖਲੋਤਾ ਲਾਗੇ, ਬਲਰਾਮ ਵੀ ਖਲੋਤਾ ਹੈ, ਤੇ ਉਹ ਵੇਖਦੇ ਨੇ ਕਦੀ ਭਗਵਾਨ ਵੱਲ ਤੇ ਕਦੀ ਕੁਬਜ਼ਾਂ ਵੱਲ ਵੇਖਦੇ ਆ। ਤੇ ਅੱਗੋਂ ਗੱਲ ਕੀ ਭਗਵਾਨ ਨੇ ਫਿਰ ਅਖੀਰੀ ਵਾਰੀ ਕਿਹਾ, ਕਹਿੰਦੇ ਨੇ ਦੇਵੀ ਤੂੰ ਜਾਂਦੀ ਨਹੀਂ, ਤੇ ਭਗਵਾਨ ਨੂੰ ਅੱਗੋਂ ਉਹ ਬੋਲ ਕੇ ਪਿਆਰ ਨਾਲ ਕੀ ਕਹਿੰਦੀ ਹੈਗੀ ਹੈ, तेरे दर्शन ने मन मोहिया नैनी वस वस के, तेरे दर्शन ने मन मोहिया नैनी वस वस के, तेरे दर्शन ने मन मोहिया नैनी वस वस के, तेरे दर्शन ने मन मोहिया नैनी वस वस के, तेरे दर्शन ने मन मोहिया नैनी वस वस के, तेरे दर्शन ने मन मोहिया
नैनी वस वस के। तेरे दर्शन ने मन मोया नैनी वस वस के। तेरे दर्शन ने मन मोया नैनी वस वस के। मेरे दिल दे आसाइयां बोली हस हस के। मेरे ये मन मोया हस हस के। तेरे दर्शन ने मन मोया नैनी वस वस के। तेरे दर्शन ने मन मोया नैनी वस वस के। मेरे दिल दे आसाइयां बोली हस हस 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 के। पहलों लालियां परीतां हुण क्यों जान नस के। पहलों लालियां परीतां हुण क्यों जान नस के। पहलों लालियां परीतां हुण क्यों जाना नस के। पहलों लालियां परीतां हुण क्यों जाना नस के। पहलों लालियां परीतां हुण क्यों जान नस के। पहलों लालियां परीतां हुण क्यों जान नस के। पहलों लालियां परीतां हुण क्यों जाना नस के। पहलों लालियां परीतां हुण क्यों जाना नस के। मेरे दिल दे आसाइयां बोली हस हस 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 के। वृंदावन दे आसाइयां कदी मेरी गलिया। 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 वे मैं लखां शगन मनावा कदी मेरे फेरा पा। वे मैं लखां शगन मनावा कदी मेरे फेरा पा। वे मैं लखां शगन मनावा कदी मेरे फेरा पा। वे मैं लखां शगन मनावा कदे मेरे फेरा पा। वे मैं लखां शगन मनावा कदी मेरे फेरा पा। वे मैं लखां शगन मनावा कदी मेरे फेरा पा। वे मैं लखां शगन मनावा कदे मेरे फेरा पा। वे मैं लखां शगन मनावा कदे मेरे फेरा पा। मैं बेनती करना हुन्ना है भगवान कृष्ण का अवतार है तो राम का अवतार है। ये दो तरह का अवतार है तो दो ही अवतार वड्डे ने। 24वां अवतार होना है। 23 अवतार हो चुके ने तो इन्हां 23 अवतारां दे विचों ये दो ही अवतार वड्डे ने। एक राम का एक कृष्ण का। पर मैं ये कहना है कि जो कृष्ण ने किया है वो सानू करना नहीं चाहिए। असी करांगे तो साडा कल्याण नहीं होगा। जो राम ने किया है वो सानू सारिਆਂ ਨੂੰ करना चाहिए है जिहदे विच साडा कल्याण छुपिया होया है। जो भगवान कृष्ण ने गीता अंदर उपदेश किया उपदेश करके सानू किया है सानू वो करना चाहिए है। जो भगवान कृष्ण ने शरीर नाल कीता है असी नहीं कर सकते। असी नहीं कर सकते। जो भगवान कृष्ण ने गल की गीता जो उपदेश जबान नाल कीता है सानू वो करना चाहिए है। साडा उच्च कल्याण छुपिया होया है। उधर आ जाओ त्रेता युग की गल। इस तो पहला द्वापर तो भगवान राम
ਭਗਵਾਨ ਰਾਮ ਨੇ ਜੋ ਸੰਸਾਰ ਵਿੱਚ ਆ ਕੇ ਕੀਤਾ ਹੈ ਉਹ ਅਸੀਂ ਕਰਾਂਗੇ। ਸਾਡਾ ਕਲਿਆਣ ਛੁਪਿਆ ਹੋਇਆ ਹੈ, ਜੋ ਉਹਦੇ ਸਾਡਾ ਕਲਿਆਣ ਛੁਪਿਆ ਹੋਇਆ ਹੈ। ਭਗਵਾਨ ਨੇ ਗੁਰੂ ਸੇਵਾ ਕੀਤੀ, ਅਥਾਹ ਕੀਤੀ, ਗੁਰੂ ਸੇਵਾ ਕੀਤੀ, ਅਥਾਹ ਕੀਤੀ। ਫਿਰ ਉਹਨਾਂ ਨੇ ਆਪਣੇ ਅੰਦਰ ਮੈਂ ਮੇਰੀ ਨੂੰ ਆਉਣ ਨਹੀਂ ਦਿੱਤਾ। ਭਗਵਾਨ ਰਾਮ ਨੇ ਆਪਣੇ ਅੰਦਰ ਮੈਂ ਮੇਰੀ ਨੂੰ ਆਉਣ ਨਹੀਂ ਦਿੱਤਾ। ਇੱਕ ਦਿਨ ਕੀ ਕੀਤਾ, ਹੁਣ ਜਿੱਧਰ ਜਾਂਦੇ ਨੇ ਹੁਣ ਸਾਰੇ ਪ੍ਰਗਟ ਹੋ ਗਏ ਕਿ ਭਗਵਾਨ ਰਾਮ ਅਵਤਾਰ ਨੇ, ਤ੍ਰੇਤਾ ਯੁੱਗ ਦੇ ਸਾਰੇ ਅਵਤਾਰ ਕਹਿਣ ਲੱਗ ਪਏ। ਇੱਕ ਦਿਨ ਕੀ ਕੀਤਾ, ਭਗਵਾਨ ਰਾਮ ਸਵੇਰੇ ਸਵੇਰੇ ਉੱਠੇ ਨੇ, ਇਸ਼ਨਾਨ ਪਾਣੀ ਕੀਤਾ ਹੈ, ਇਸ਼ਨਾਨ ਕਰਕੇ ਅਤੇ ਉਹ ਵਸ਼ਿਸ਼ਟ ਝੁੱਗੀ ਦੀ ਝੁੱਗੀ ਵੱਲ ਚਲੇ ਗਏ। ਵਸ਼ਿਸ਼ਟ ਦੀ ਗੱਲ ਕੀ ਆਸ਼ਰਮ ਵੱਲ ਚਲੇ ਗਏ। ਅੱਗੇ ਜਾ ਕੇ ਕੀ ਕੀਤਾ, ਵੇਖਿਆ ਵਸ਼ਿਸ਼ਟ ਜੀ ਜਿਹੜੇ ਸਨ ਆਪਣੀ ਪੂਜਾ ਪਾਠ 'ਚ ਬਹਿਣ ਡੇ ਸਨ। ਅਜੇ ਅੰਮ੍ਰਿਤ ਵੇਲਾ ਹੋਇਆ ਸੀ, ਉਹ ਬਹਿਣ ਡੇ ਸਨ। ਅਤੇ ਉਹਨਾਂ ਨੇ ਜਾ ਕੇ ਕੀਤਾ, ਦਰਵਾਜ਼ਾ ਖੜਕਾ ਦਿੱਤਾ, ਖਿੜਕੀ ਦਾ ਬਾਹਰ ਆਪਣਾ ਝੁੱਗੀ ਦਾ ਦਰਵਾਜ਼ਾ ਖੜਕਾ ਦਿੱਤਾ। ਅੰਦਰੋਂ ਆਵਾਜ਼ ਆਈ, ਕੌਣ ਹੈ? ਤੁਸੀਂ ਕਰਕੇ ਅੰਦਰ ਦਰਵਾਜ਼ਾ ਬੰਦ ਕਰਕੇ ਬੈਠੇ ਹੋ, ਕੋਈ ਬਾਹਰੋਂ ਦਰਵਾਜ਼ਾ ਖੜਕਾਏਗਾ, ਤੁਸੀਂ ਆਵਾਜ਼ ਦੇਵੋਗੇ ਕੌਣ ਆ ਭਈ ਬਾਹਰ? ਅੰਦਰੋਂ ਆਵਾਜ਼ ਬਾਹਰੋਂ ਆਵਾਜ਼ ਅੰਦਰੋਂ ਆਵਾਜ਼ ਦਿੱਤੀ, ਕੌਣ ਹੈ? ਅਤੇ ਬਾਹਰੋਂ ਆਵਾਜ਼ ਭਗਵਾਨ ਰਾਮ ਨੇ ਦਿੱਤੀ, ਪ੍ਰਭੂ ਮੈਨੂੰ ਲੋਕੀ ਤ੍ਰੇਤਾ ਦਾ ਅਵਤਾਰ ਕਹਿ ਰਹੇ ਨੇ, ਪਰ ਮੈਨੂੰ ਨਹੀਂ ਪਤਾ ਮੈਂ ਕੌਣ ਹੈ। ਮੇਰਾ ਨਾਮ ਰਾਮ ਹੈ, ਮੈਂ ਦਸ਼ਰਥ ਦਾ ਪੁੱਤਰ ਹੈ, ਆਪ ਜੀ ਦੇ ਦੀਦਾਰ ਕਰਨ ਵਾਸਤੇ ਆਇਆ ਹਾਂ, ਮੈਂ ਆਪ ਜੀ ਦਾ ਦਰਸ਼ਨ ਕਰਨ ਵਾਸਤੇ ਆਇਆ ਹਾਂ। ਉੱਥੇ ਭਗਵਾਨ ਰਾਮ ਕੀ ਕਹਿੰਦੇ ਨੇ, ਮੇਰਾ ਪਿਆਰਾ ਪਿਆਰਾ ਸਤਿਗੁਰੂ ਜੀ ਕੋਈ ਆਣ ਕੇ ਮਿਲਾਵੇ, ਪਿਆਰਾ ਪਿਆਰਾ ਸਤਿਗੁਰੂ ਜੀ ਕੋਈ ਆਣ ਕੇ ਮਿਲਾਵੇ, ਮੇਰਾ ਪਿਆਰਾ ਪਿਆਰਾ ਸਤਿਗੁਰੂ ਜੀ ਕੋਈ ਆਣ ਕੇ ਮਿਲਾਵੇ, ਮੇਰਾ ਪਿਆਰਾ ਪਿਆਰਾ ਸਤਿਗੁਰੂ ਜੀ ਕੋਈ ਆਣ ਕੇ ਮਿਲਾਵੇ, ਮੇਰਾ ਪਿਆਰਾ ਪਿਆਰਾ ਸਤਿਗੁਰੂ ਜੀ ਕੋਈ ਆਣ ਕੇ ਮਿਲਾਵੇ, ਪਿਆਰਾ ਪਿਆਰਾ ਸਤਿਗੁਰੂ ਜੀ ਕੋਈ ਆਣ ਕੇ ਮਿਲਾਵੇ, ਪਿਆਰਾ ਪਿਆਰਾ ਸਤਿਗੁਰੂ ਜੀ ਕੋਈ ਆਣ ਕੇ ਮਿਲਾਵੇ, ਮੇਰਾ ਪਿਆਰਾ ਪਿਆਰਾ ਸਤਿਗੁਰੂ ਜੀ ਕੋਈ ਆਣ ਕੇ ਮਿਲਾਵੇ, ਕੋਈ ਆਣ ਮਿਲਾਵੇ ਸਤਿਗੁਰੂ ਪਿਆਰਾ, 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 ਇਸ ਪੈ ਆਪ ਬਚਾਈ ਜੀ ਕੋਈ ਆਣ ਕੇ ਮਿਲਾਵੇ, ਪਿਆਰਾ ਪਿਆਰਾ ਸਤਿਗੁਰੂ ਜੀ ਕੋਈ ਆਣ ਕੇ ਮਿਲਾਵੇ, ਮੇਰਾ ਪਿਆਰਾ ਪਿਆਰਾ ਸਤਿਗੁਰੂ ਜੀ ਕੋਈ ਆਣ ਕੇ ਮਿਲਾਵੇ, ਮੇਰਾ ਪਿਆਰਾ ਪਿਆਰਾ ਸਤਿਗੁਰੂ ਜੀ ਕੋਈ ਆਣ ਕੇ ਮਿਲਾਵੇ, ਪਿਆਰੀ ਸਾਧ ਸੰਗਤ ਸਤਿਗੁਰ ਦਾ ਦੀਦਾਰ ਹਜ਼ਰਤ ਬਾਹੂ ਨੇ ਲਿਖਿਆ, ਜੇ ਤਨ ਮੇਰਾ ਚਸ਼ਮਾ ਹੋਵੇ ਮੈਂ ਮੁਰਸ਼ਿਦ ਵੇਖ ਨਾ ਰੱਜਾਂ। ਹਜ਼ਰਤ ਬਾਹੂ ਮੁਸਲਮਾਨ ਫਕੀਰ ਹੋਇਆ, ਸੂਫੀ ਮਤ ਦਾ। ਉਹ ਲਿਖਦਾ ਪਿਆ, ਕਹਿੰਦਾ ਜੇ ਤਨ ਮੇਰਾ ਚਸ਼ਮਾ ਹੋਵੇ, ਮੇਰਾ ਗੱਲ ਕੀ ਜਿਹੜਾ ਸਰੀਰ ਹੈ ਇਹ ਅੱਖਾਂ ਬਣ ਜਾਣ, ਅੱਖਾਂ ਹੋਣ ਅਤੇ ਇਸ ਸਰੀਰ ਉੱਤੇ 33 ਕਰੋੜ ਰੋਮ ਹੈ ਅਤੇ 33 ਕਰੋੜ ਅੱਖ ਬਣ ਜਾਏ। ਕਹਿੰਦੇ ਨੇ ਜੇ ਤਨ ਮੇਰਾ ਚਸ਼ਮਾ ਹੋਵੇ ਮੈਂ ਮੁਰਸ਼ਿਦ ਵੇਖ ਨਾ ਰੱਜਾ ਹੂੰ, ਲੂਲੂ ਦੇ ਵਿੱਚ ਲੱਖ ਲੱਖ ਚਸ਼ਮਾ, ਮੈਂ 33 ਕਰੋੜ ਕਿਹਾ ਏ। ਇੱਕ ਇੱਕ ਹੁਣ ਉਹ ਲਿਖਦੇ ਰਹੇ ਨੇ, ਇੱਕ ਇੱਕ ਰੋਮ ਦੇ ਅੰਦਰ 33 ਕਰੋੜ। ਕਹਿੰਦੇ ਨੇ ਕਿ ਲੂਲੂ ਦੇ ਵਿੱਚ ਕਹਿੰਦੇ ਲੱਖ ਲੱਖ ਚਸ਼ਮਾ ਹੋ ਜਾਵੇ, ਇੱਕ ਇੱਕ ਲੱਖ ਅੱਖ ਬਣ ਜਾਵੇ ਇੱਕ ਦੀ। ਇੰਨੀ ਦੀਦਾਰ ਦੀ ਅਸੀਂ ਤਾਂ ਕਈ ਵਾਰੀ ਹੁੰਦੇ ਹਾਂ, ਕਈ ਮਹੀਨੇ ਲੰਘ ਜਾਂਦੇ ਨੇ, ਸਤਿਗੁਰ ਦੇ ਦਰਸ਼ਨ ਨਹੀਂ ਕਰਦੇ, ਅਸੀਂ ਕਹਿੰਦੇ ਹਾਂ ਕੱਲ੍ਹ ਦਰਸ਼ਨ ਕਰ ਆਏ ਹਾਂ, ਕੋਈ ਗੱਲ ਨਹੀਂ। ਨਹੀਂ,
ਉਹ ਕਹਿੰਦੇ ਲੂੰ ਲੂੰ ਦੇ ਵਿੱਚ ਲੱਖ ਲੱਖ ਚਸ਼ਮਾ, ਇੱਕ ਖੋਲਾਂ ਇੱਕ ਕੱਜਾਂ ਹੂ, ਇਤਨਾ ਬੈਠੇ ਇਤਨਾ ਦੇਖਿਆ ਸਬਰ ਨਾ ਆਵੇ, ਹੋਰ ਕਿਤੇ ਵੱਲ ਭੱਜਾਂ ਹੂ। ਕਹਿੰਦੇ ਮੁਰਸ਼ਦ ਦਾ ਦੀਦਾਰ ਹੈ ਬਾਹੂ, ਮੈਨੂੰ ਲੱਖ ਕਰੋੜਾਂ ਹੱਜਾਂ। ਪਿਆਰੀ ਸਾਧ ਸੰਗਤ, ਲੋਕੀ ਤੇ ਕਾਬੇ ਜਾਂਦੇ ਨੇ, ਮੱਕੇ ਜਾਂਦੇ ਨੇ ਹੱਜ ਕਰਨ ਵਾਸਤੇ, ਕਹਿੰਦੇ ਨੇ ਮੇਰਾ ਸਤਿਗੁਰ ਦਾ ਦੀਦਾਰ ਕਰਕੇ ਹੱਜ ਹੋ ਜਾਵੇ। ਹੁਣ ਕੁਬਜਾਂ ਜਿਹੜੀ ਹੈ ਉਹ ਭਗਵਾਨ ਕ੍ਰਿਸ਼ਨ ਭਗਵਾਨ ਰਾਮ ਜਿਹੜੇ ਨੇ ਉਹ ਬਾਹਰ ਖੜੇ ਨੇ ਅਤੇ ਵਿਸ਼ਿਸ਼ ਗੁਰੂ ਜੀ ਅੰਦਰ ਜਾਂਦੇ ਨੇ। ਉਹਨਾਂ ਨੇ ਫਿਰ ਜਾ ਕੇ ਕੀ ਕੀਤਾ, ਰਾਮ ਇਸ ਵੇਲੇ ਦਰਵਾਜ਼ਾ ਖੋਲ੍ਹਿਆ, ਕਹਿੰਦੇ ਰਾਮ ਇਸ ਵੇਲੇ, ਅਤੇ ਕੀ ਕੀਤਾ, ਉਹਨੂੰ ਅੰਦਰ ਲੈ ਗਏ ਨੇ। ਆਪ ਆਪਣੇ ਆਸਣ 'ਤੇ ਬੈਠੇ ਨੇ, ਥੱਲੇ ਰਾਮ ਬੈਠੇ ਨੇ। ਗੁਰ ਮਰਿਆਦਾ ਵੇਖੋ, ਜੇ ਗੁਰੂ ਦੀ ਮਰਿਆਦਾ ਸਿੱਖਣੀ ਹੈ ਤਾਂ ਰਾਮ ਦੇ ਕੋਲੋਂ ਸਿੱਖਣੀ ਹੈ, ਜੇ ਗੁਰੂ ਦੀ ਮਰਿਆਦਾ ਸਿੱਖਣੀ ਹੈ ਕ੍ਰਿਸ਼ਨ ਦੇ ਕੋਲੋਂ ਸਿੱਖਣੀ ਹੈ। ਕਿਉਂ? ਪਹਿਲੋਂ ਤਾਂ ਸਾਡਾ ਗੁਰੂ 'ਤੇ ਵਿਸ਼ਵਾਸ ਬਣਦਾ ਹੀ ਨਹੀਂ ਹੈ, ਸਾਡਾ ਵਿਸ਼ਵਾਸ ਹੀ ਡੋਲ ਜਾਂਦਾ ਹੈ। ਕੀ ਪਤਾ ਗੁਰੂ ਕੀ ਲੀਲਾ ਕਰ ਰਿਹਾ, ਇਹਨੂੰ ਨਹੀਂ ਪਤਾ। ਮਹਾਰਾਜ ਜੀ ਨੇ ਕਿਉਂ ਲਿਖਿਆ ਹੈ, ਪੰਜਵੀਂ ਪਾਤਸ਼ਾਹੀ ਮਹਾਰਾਜ ਨੇ ਕਿਉਂ ਲਿਖਿਆ ਹੈ, ਗੁਰ ਝਿੜਕੇ ਤੇ ਮਿੱਠਾ ਲੱਗੇ, ਗੁਰ ਬਖਸ਼ੇ ਦੇ ਵਡਿਆਈ। ਗੁਰੂ ਝਿੜਕ ਦਿੰਦਾ ਹੈ, ਸਾਡੇ ਅੰਦਰੋਂ ਗੰਦ ਕੱਢਦਾ ਹੈ। ਤੁਸੀਂ ਕੱਪੜੇ ਨੂੰ ਕੁੱਟਦੇ ਹੋ, ਸਾਬਣ ਲਾਇਆ ਹੈ, ਸਰਫ ਪਾਈ ਹੈ, ਉਹਨੂੰ ਗੱਲ ਕੀ ਭਿਉਂ ਕੇ ਰੱਖਿਆ ਹੈ, ਮੁੜ ਕੇ ਡੰਡਾ ਲੈ ਕੇ ਉਹਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹੋ। ਜਿਹਨਾਂ ਕੋਈ ਗੱਲ ਕੀ ਵਾਸ਼ਿੰਗ ਮਸ਼ੀਨਾਂ ਨਹੀਂ ਹੈ, ਉਹਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹੋ। ਤੁਸੀਂ ਕਿਉਂ ਕੁੱਟਦੇ ਹੋ? ਉਹਦੇ ਅੰਦਰੋਂ ਗੰਦ ਕੱਢਦੇ ਹੋ ਤੁਸੀਂ। ਗੁਰੂ ਵੀ ਸਾਡੇ ਅੰਦਰੋਂ ਗੰਦ ਕੱਢਦਾ ਹੈ। ਕਬੀਰ ਸਾਹਿਬ ਕਹਿੰਦੇ ਨੇ ਗੁਰੂ ਘੁਮਿਆਰ ਸ਼ਿਸ਼ ਕੁੰਭ ਘੜ ਘੜ ਕੱਢੇ ਖੋਟ, ਅੰਦਰ ਸਹਾਰਾ ਹੱਥ ਦਾ ਬਾਹਰੋਂ ਮਾਰਦਾ ਚੋਟ। ਘੁਮਿਆਰ ਕੀ ਕਰਦਾ ਹੈ? ਜਿਹੜੇ ਬਰਤਨ ਬਣਾਉਣ ਵਾਲੇ ਘੁਮਿਆਰ ਨੇ, ਉਹਨਾਂ ਵੱਲ ਜਾ ਕੇ ਤੱਕੋ, ਜਾ ਕੇ ਕਿਤੇ ਉਹ ਕੀ ਕਰਦਾ ਹੈ? ਉਹ ਸਭ ਤੋਂ ਪਹਿਲਾਂ ਕੀ ਕਰਦਾ ਹੈ? ਮਿੱਟੀ ਲਿਆਉਂਦਾ ਬਾਹਰੋਂ ਜਾ ਕੇ। ਮਿੱਟੀ ਕਿੱਦਾਂ ਦੀ ਲਿਆਉਂਦਾ ਹੈ ਇਹ ਤਾਂ ਉਹਨਾਂ ਨੂੰ ਪਤਾ ਹੈ, ਚੀਕਣੀ ਮਿੱਟੀ ਲਿਆਉਂਦਾ ਹੈ। ਫਿਰ ਉਹਦੇ ਵਿੱਚ ਲਿਆ ਕੇ ਰੇਤਾ ਮਿਲਾਉਂਦਾ, ਉਹਨੂੰ ਕੁੱਟ ਕੇ ਮਿੱਟੀ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਪਾ ਕੇ ਭਿਉਂ ਦਿੰਦਾ ਹੈ। ਭਿਉਂ ਕੇ ਮੁੜ ਕੇ ਫਿਰ ਕੀ ਕਰਦਾ, ਉਹ 'ਤੇ ਰੇਤਾ ਪਾ ਕੇ ਉਹਨੂੰ ਫਿਰ ਪੈਰਾਂ ਨਾਲ ਲਤੜਦਾ ਹੈ, ਪੈਰਾਂ ਦੇ ਨਾਲ ਲਤੜਦਾ ਹੈ। ਗੋਰਾ ਵੀ ਘੁਮਿਆਰ ਹੋਇਆ ਹੈ ਮਹਾਰਾਸ਼ਟਰ ਦਾ। ਉਹਦੀਆਂ 2 ਇਸਤਰੀਆਂ ਸਨ, 2 ਇਸਤਰੀਆਂ ਸਨ। ਭਗਤੀ ਬੜੀ ਸੀ ਉਹਦੀ। ਉਹਦੇ ਘਰ ਲੜਕਾ ਪੈਦਾ ਹੋਇਆ, ਉਹਦੀ ਇਸਤਰੀ ਜਿਹੜੀ ਸੀ, ਇੱਕ ਤੇ ਗੱਲ ਕੀ ਲੰਮੇ ਪੈ ਗਈ, ਸੌਂ ਗਈ, ਅਤੇ ਇੱਕ ਪਾਣੀ ਲੈਣ ਚਲੇ ਗਈ। ਛੋਟਾ ਜਿਹਾ ਲੜਕਾ ਸੀ ਇੱਕ, ਉਹ ਕੀ ਕੀਤਾ, ਉਹ ਇੰਨਾ ਭਜਨੀਕ ਸੀ ਗੋਰਾ ਭਗਤ, ਉਹ ਅੱਖਾਂ ਖੋਲ੍ਹ ਕੇ ਅਤੇ ਉਹ ਖਲੋ ਕੇ ਪੈਰਾਂ ਦੇ ਨਾਲ ਲਤੜ ਰਿਹਾ ਹੈ, ਆਪਣਾ ਮਿੱਟੀ ਨੂੰ ਲਤੜ ਰਿਹਾ ਹੈ, ਪੈਰਾਂ ਦੇ ਨਾਲ ਫੇਰ ਰਿਹਾ ਹੈ। ਫੇਂਦਿਆਂ ਫੇਂਦਿਆਂ ਕੀ ਹੈ, ਸਿਮਰਨ ਚੱਲਦਾ ਪਿਆ ਸੀ, ਸਿਮਰਨ ਚੱਲਦਾ ਪਿਆ ਸੀ। ਅੱਖਾਂ ਵਿੱਚ ਗੁਰੂ ਦਾ ਸਰੂਪ ਸੀ। ਜੇ ਗੁਰੂ ਦਾ ਸਰੂਪ ਸੀ ਅੱਖਾਂ ਵਿੱਚ, ਅਤੇ ਕੀ ਕੀਤਾ ਕਿ ਉਹਨਾਂ ਨੇ ਕੀ ਕੀਤਾ ਕਿ ਜਦੋਂ ਉਹਨਾਂ ਦੇ ਪੈਰਾਂ ਥੱਲੇ ਖੇਡਦਾ ਖੇਡਦਾ ਬੱਚਾ ਆ ਗਿਆ, ਉੱਥੇ ਬੱਚਾ ਰੋਇਆ ਵੀ ਹੋਵੇਗਾ, ਮਲਿਆ ਗਿਆ ਥੱਲੇ, ਮਰ ਗਿਆ ਬੱਚਾ। ਉਧਰੋਂ ਇਸਤਰੀ ਆਈ, ਪਾਣੀ ਲੈ ਕੇ ਆਈ। ਉਹ ਜਿਸ ਵੇਲੇ ਪਾਣੀ ਲੈ ਕੇ ਆਈ ਅਤੇ ਆਣ ਕੇ ਵੇਖਿਆ, ਅਤੇ ਉਹਨੇ ਧੱਕਾ ਦਿੱਤਾ ਪਰਾਂ ਨੂੰ, ਆਪਣੇ ਪਤੀ ਨੂੰ। ਕੀ ਕੀਤਾ? ਧੱਕਾ ਦਿੱਤਾ। ਕਹਿੰਦੀ ਤੈਨੂੰ ਨਹੀਂ ਪਤਾ ਤੂੰ ਗੱਲ ਕੀ ਮੁੰਡਾ ਥੱਲੇ ਮਲ ਛੜਿਆ। ਉਹਨੂੰ ਹੋਸ਼ ਆਈ, ਉਹਨੂੰ ਹੋਸ਼ ਆਈ, ਆਪਣੀ ਸੁਰਤੀ ਤੋਂ ਗੱਲ ਕੀ, ਉਹ ਸੰਸਾਰ ਦੀ ਸੁਰਤੀ ਵਿੱਚ ਆਇਆ, ਆਪਣੀ ਸੁਰਤੀ ਤੋਂ ਸੰਸਾਰ ਦੀ ਸੁਰਤੀ ਵਿੱਚ ਆਇਆ। ਉਹ ਕਹਿੰਦੇ ਇੱਦਾਂ ਕਰੋ ਕਿ ਮੈਂ ਨਹੀਂ ਮਾਰਿਆ। ਕਹਿੰਦੇ ਤੁਹਾਡੇ ਪੈਰਾਂ 'ਚੋਂ ਮੈਂ ਕੱਢਿਆ ਹੈ। ਕਹਿੰਦੇ ਹਾਂ ਕੱਢਿਆ, ਮੇਰੇ ਪੈਰਾਂ ਵਿੱਚੋਂ ਹੈ। ਉੱਥੇ ਫਿਰ ਕੀ ਕੀਤਾ, ਉਹਨੇ ਕੀ ਕੀਤਾ ਕਿ ਉਹਨੇ ਮੁੰਡੇ ਲੜਕੇ ਨੂੰ ਕੀ ਕੀਤਾ, ਉੱਥੇ ਹੁਣ ਸੁੱਕੀ ਜਗ੍ਹਾ 'ਤੇ ਗੱਲ ਲਟਾਇਆ ਹੈ, ਉੱਤੇ ਕੱਪੜਾ ਪਾਇਆ ਹੈ। ਕੱਪੜਾ ਪਾ ਕੇ ਅਤੇ ਹੁਣ ਉੱਥੇ ਗੱਲ ਕੀ ਕੀਤਾ, ਉਹਨੇ ਧੁਨੀ ਲਾ ਦਿੱਤੀ ਹੈ। ਕਾਹਦੀ? ਰਾਮ ਨਾਮ ਦੀ ਧੁਨੀ ਲਾਈ ਹੈ ਗੋਰੇ ਘੁਮਿਆਰ ਨੇ, ਧੁਨੀ ਲਾਈ ਹੈ। ਜੂੰ ਧੁਨੀ ਲਾਈ ਹੈ ਉਸਨੇ, ਅਤੇ ਕੀ ਕੀਤਾ ਕਿ ਉੱਥੇ ਬੱਚਾ ਜਿਹੜਾ ਸੀ ਉਹ 10 ਮਿੰਟਾਂ ਤੋਂ ਪਹਿਲਾਂ ਹੀ ਬੱਚਾ ਉੱਠ ਕੇ ਬਹਿ ਗਿਆ। ਸ਼ਕਤੀ ਕਿਹਦੇ ਅੰਦਰ ਹੈ? ਬੰਦੇ ਅੰਦਰ ਸ਼ਕਤੀ ਨਹੀਂ ਹੈ,
ਸ਼ਕਤੀ ਸਾਡੇ ਜਿਹੜੀ ਵਿਲ ਪਾਵਰ ਹੈ, ਜਿਹੜੀ ਸਾਡੀ ਸ਼ਰਧਾ ਹੈ, ਜਿਹੜੀ ਸਾਡੀ ਬੰਦਗੀ ਹੈ, ਉਹਦੇ ਅੰਦਰ ਸ਼ਕਤੀ ਹੈ। ਅਸੀਂ ਸ਼ਕਤੀ ਨੂੰ ਨਹੀਂ ਜਾਣਦੇ। ਫਿਰ ਉਹਦੀ ਇਹ ਗੱਲ ਸੁਣ ਕੇ ਤੇ ਕੀ ਹੈ, ਇੱਕ ਬਾਈ ਸੀ, ਉਹਦੀ ਗੱਲ ਚੇਲੀ ਬਣ ਗਈ। ਉਹਨੂੰ ਬਾਈ ਜੀ ਦਾ ਨਾਂ ਭੁੱਲ ਗਿਆ, ਉਹਦੀ ਬਾਈ ਚੇਲੀ ਬਣ ਗਈ। ਚੇਲੀ ਬਣ ਗਈ, ਫਿਰ ਉਹਦੇ ਵੱਲ ਵੇਖ ਕੇ ਉਹਦੀ ਮਹਿਮਾ ਸਾਰੇ ਖਿਲਰ ਗਈ ਅਤੇ ਬੜੇ ਉਹਦੇ ਸੇਵਕ ਬਣ ਗਏ। ਉਹ ਤਾਂ ਬਹੁਤ ਸੇਵਕ ਬਣ ਗਏ। ਅਤੇ ਉਹਨਾਂ ਕੀ ਕੀਤਾ, ਇੱਕ ਦਿਨ ਕੀ ਕੀਤਾ, ਸੇਵਕ ਬਣ ਗਏ ਜਿਸ ਵੇਲੇ, ਅਤੇ ਉਹਨਾਂ ਦੇ ਗੱਲ ਕੀ ਕੀਤਾ ਕਿ ਉਹਨਾਂ ਦੇ ਸੰਤ ਆਏ, ਗਿਆਨੇਸ਼ਵਰ ਜੀ ਸੰਤ ਆਏ। ਉਹਨਾਂ ਦੇ ਨਾਲ ਹੋਰ ਵੀ ਸੰਤ ਸਨ। ਉਹਨਾਂ ਦੇ ਵਿੱਚ ਨਾਮਦੇਵ ਵੀ ਹੈਗਾ ਸੀ, ਨਾਮਦੇਵ ਵੀ ਸੀ, ਪਰ ਉਸ ਵੇਲੇ ਨਾਮਦੇਵ ਨੇ ਅਜੇ ਗੁਰੂ ਧਾਰਨ ਨਹੀਂ ਕੀਤਾ ਹੋਇਆ। ਜਿਸ ਵੇਲੇ ਉਹਨਾਂ ਕੀ ਕੀਤਾ ਕਿ ਜਦੋਂ ਉਹਨਾਂ ਦੇ ਗੱਲ ਕੀ, ਉਹਨਾਂ ਦੇ ਦੀਦਾਰ ਕਰਨ ਵਾਸਤੇ ਸੰਤ ਆਏ, ਅਤੇ ਉਹਨਾਂ ਨੇ ਬੜੇ ਸਤਿਕਾਰ ਦੇ ਨਾਲ ਉਹਨਾਂ ਨੂੰ ਬਿਠਾਇਆ। ਬਿਠਾ ਕੇ ਕੀ ਕੀਤਾ, ਉਹਨਾਂ ਕਿਹਾ ਭਈ ਅਸੀਂ ਤੁਹਾਡਾ ਲੰਗਰ ਪਾਣੀ ਜਿਹੜਾ ਹੈ ਇੱਥੇ ਤਿਆਰ ਕੀਤਾ ਹੈ। ਲੰਗਰ ਪਾਣੀ ਤਿਆਰ ਕੀਤਾ। ਜਿਸ ਵੇਲੇ ਲੰਗਰ ਪਾਣੀ ਤਿਆਰ ਕਰਕੇ ਉਹਨਾਂ ਨੇ ਕੀ ਕੀਤਾ ਕਿ ਜਿਸ ਵੇਲੇ ਛਕਾਉਣ ਲੱਗੇ, ਅਤੇ ਉਹ ਜਿਹੜੀ ਬਾਈ ਜੀ ਸੀ ਉੱਥੇ, ਬਾਈ ਦਾ ਮੈਨੂੰ ਨਾਂ ਭੁੱਲ ਗਿਆ, ਯਾਦ ਭੁੱਲ ਗਿਆ। ਉਹ ਉਸ ਵੇਲੇ ਕੀ ਕੀਤਾ, ਉਸ ਨੇ ਫਿਰ ਉਹਨੇ ਕਿਹਾ ਮਹਾਰਾਜ ਜੀ ਇਹ ਵੇਖੀਏ ਭਲਾ ਇਹਨਾਂ 'ਚੋਂ ਕੱਚਾ ਕੌਣ ਅਤੇ ਪੱਕਾ ਕੌਣ ਹੈ, ਇਹਨਾਂ ਦੀ ਪਰਖ ਕਰਨੀ ਚਾਹੀਦੀ ਹੈ। ਸੰਤ ਕਿਹੜਾ ਅਤੇ ਜਿਹੜਾ ਮਨਮਤੀ ਹੈ ਸੰਤ ਹੈ ਉਹ ਕਿਹੜਾ ਹੈ। ਹੁਣ ਘੁਮਿਆਰਾਂ ਦੇ ਘਰਾਂ ਵਿੱਚ ਕੀ ਹੁੰਦਾ ਹੈ, ਜਿਹੜੇ ਗੱਲ ਕੀ ਆਮ ਕਰਕੇ ਬਰਤਨ ਬਣਾਉਣ ਵਾਲੇ ਨੇ, ਮੈਂ ਆਪ ਆਪਣੀ ਅੱਖੀ ਵੇਖਿਆ, ਉਹਨਾਂ ਦੇ ਗੱਲ ਕੀ ਹੁੰਦਾ ਹੈ ਕਿ ਉਹਨਾਂ ਦੇ ਗੱਲ ਕੀ ਘਰਾਂ ਵਿੱਚ ਜਾਈਏ ਅਤੇ ਉੱਧਰ ਗੱਲ ਕੀ ਉਹਨਾਂ ਦੀਆਂ ਹਵੇਲੀਆਂ ਵਿੱਚ ਟੁੱਟੇ ਬਰਤਨ ਪਏ ਹੁੰਦੇ ਨੇ, ਠੀਕਰੇ ਪਏ ਹੁੰਦੇ ਨੇ। ਉੱਥੋਂ ਉਹਨਾਂ ਦੇ ਕੀਤਾ ਕਿ ਉੱਥੇ ਗੱਲ ਗੋਰੇ ਘੁਮਿਆਰ ਨੇ ਇੱਕ ਠੀਕਰਾ ਫੜਿਆ ਆਪਣੇ ਗੱਲ ਕੀ, ਉੱਥੋਂ ਬਰਤਨ ਬਣਾਉਂਦਾ ਸੀ, ਠੀਕਰਾ ਫੜਿਆ, ਅਤੇ ਉਹ ਕੀ ਕੀਤਾ, ਸੰਤ ਬੈਠੇ ਨੇ ਅਤੇ ਉਹ ਕੀ ਕਰਦੇ ਨੇ ਕਿ ਉਹ ਹਰੇਕ ਦੇ ਮੱਥੇ ਨਾਲ ਇੱਦਾਂ ਕਰਕੇ ਛੁਹਾ ਕੇ ਅੱਗੇ ਜਾਂਦੇ ਨੇ, ਛੁਹਾਈ ਜਾਂਦੇ ਨੇ ਸਾਰਿਆਂ ਦੇ। ਉਹਨਾਂ ਨਾਲ ਹੀ ਠੀਕਰਾ ਜਿਹੜਾ ਛੁਹਾਇਆ ਹੈ, ਅਤੇ ਜਿਹੜੇ ਗੱਲ ਕੀ ਨਾਮਦੇਵ ਅਖੀਰ 'ਤੇ ਬੈਠੇ ਨੇ, ਉਹਦੇ ਗੱਲ ਕੀ ਉਹ ਮੱਥੇ ਨੂੰ ਲਾਇਆ, ਅਤੇ ਉਹ ਥੋੜ੍ਹੇ ਵਿਗੜ ਗਏ, ਅਜੇ ਨਗੋਰੇ ਸਨ। ਉਹ ਕਹਿੰਦੀ ਹੈ ਮਹਾਰਾਜ, ਉਹ ਕਹਿੰਦੇ ਨੇ ਗੋਰੇ ਘੁਮਿਆਰ ਨੇ ਕਹਿ ਦਿੱਤਾ, ਕਹਿੰਦੇ ਨੇ ਕਿ ਦੇਵੀ ਜੀ ਬਾਕੀ 'ਚ ਸਾਰੇ ਪੱਕੇ ਨੇ, ਪਰ ਇਹ ਕੱਚਾ ਹੈ, ਅਜੇ ਨਗੋਰਾ ਹੈ, ਇਹਨੂੰ ਗੁਰੂ ਕੋਈ ਨਹੀਂ ਮਿਲਿਆ ਅਜੇ। ਉੱਥੇ ਫਿਰ ਨਾਮਦੇਵ ਜੀ ਨੇ ਗੱਲ ਗਿਆਨੇਸ਼ਵਰ ਜੀ ਨੂੰ ਗੁਰੂ ਧਾਰਨ ਕੀਤਾ ਹੈ। ਉਹਨਾਂ ਨੇ ਕੀਤਾ ਕਿ ਹਾਂ ਬਿਲਕੁਲ ਗੱਲ ਠੀਕ ਹੈ ਕਿ ਇਹ ਨਗੋਰਾ ਹੈ। ਨਗੋਰਾ ਮੁਝਸੇ ਨਾਮ ਮਿਲੇ ਪਾਪੀ ਮਿਲੇ ਹਜ਼ਾਰ, ਇੱਕ ਨਗੋਰੇ ਸਿਰ 'ਤੇ ਲੱਖ ਪਾਪੀ ਦਾ ਭਾਰ। ਉਸ ਵੇਲੇ ਕੀ ਕੀਤਾ, ਜਿਸ ਵੇਲੇ ਭਗਵਾਨ ਕ੍ਰਿਸ਼ਨ ਜਿਹੜੇ ਨੇ ਹੁਣ ਉੱਧਰ ਕੀ ਕਰਦੇ ਨੇ, ਉਹ ਕਹਿ ਰਹੇ ਨੇ ਕੁਬਜਾ ਨੂੰ, ਕਹਿੰਦੇ ਨੇ ਹੁਣ ਤੂੰ ਜਾਂਦੀ ਨਹੀਂ ਹੈਗੀ। ਉਹ ਕਹਿੰਦੀ ਹੈ ਵੀ ਮੇਰੇ ਘਰ ਚੱਲੋ। ਕਹਿੰਦੇ ਦੇਵੀ ਅਜੇ ਅਸੀਂ ਕੰਸ ਕਾਲ ਆ ਗਿਆ ਦਾ, ਅਸੀਂ ਕੰਸ ਨੂੰ ਮਾਰ ਕੇ ਅਤੇ ਅਸੀਂ ਅਸੀਂ ਕੰਸ ਨੂੰ ਮਾਰ ਕੇ ਅਤੇ ਅਸੀਂ ਗੱਦੀ ਜਿਹੜੀ ਹੈ ਉਹ ਅਸੀਂ ਉਹਦੇ ਪਿਤਾ ਨੂੰ ਦੇਣੀ ਹੈ। ਉੱਥੇ ਪਿਤਾ ਨੂੰ ਗੱਦੀ ਦੇ ਕੇ ਫਿਰ ਅਸੀਂ ਤੇਰੇ ਘਰ ਜ਼ਰੂਰ ਆਵਾਂਗੇ। ਹੁਣ ਜਿਸ ਵੇਲੇ ਕੰਸ ਨੂੰ ਮਾਰ ਕੇ ਭਗਵਾਨ ਕ੍ਰਿਸ਼ਨ ਜਿਹੜੇ ਨੇ ਉਹ ਕੀ ਕਰਦੇ ਨੇ, ਜਾਂਦੇ ਨੇ ਕੁਬਜਾਂ ਦੇ ਘਰ ਜਾਂਦੇ ਨੇ, ਕਿਉਂਕਿ ਵਚਨ ਦੇ ਆਏ ਸਨ। ਕਹਿੰਦੇ ਨੇ ਦੇਵੀ ਤੂੰ ਹੁਣ ਸਾਰੀ ਜ਼ਿੰਦਗੀ ਜਿਹੜੀ ਹੈ ਤੂੰ ਬੰਦਗੀ ਕਰਨੀ ਹੈ, ਸਿਮਰਨ ਕਰਨਾ ਹੈ, ਆਪਣਾ ਕਲਿਆਣ ਕਰਨਾ ਹੈ। ਕੀ ਕਰਨਾ ਹੈ? ਕਹਿੰਦੇ ਨੇ ਕਿ ਤੂੰ ਗੱਲ ਕੀ ਭਗਵਾਨ ਦੇ ਗੁਣ ਗਾਉਣੇ ਨੇ। ਤੂੰ ਤੇਰੀ ਪ੍ਰੀਤ ਜਿਹੜੀ ਹੈ ਦੁਨੀਆ ਨਾਲ ਨਹੀਂ ਹੋਣੀ ਚਾਹੀਦੀ, ਤੇਰੀ ਪ੍ਰੀਤ ਜਿਹੜੀ ਹੈ ਪਰਮਾਤਮਾ ਨਾਲ ਹੋਣੀ ਚਾਹੀਦੀ ਹੈ। ਜਿਵੇਂ ਮੀਰਾ ਬਾਈ ਨੇ ਪ੍ਰੀਤ ਛੱਡ ਦਿੱਤੀ ਸੀ, ਪਹਿਲਾਂ ਤਾਂ ਉਹਦਾ ਪਿਆਰ ਕਿਹਦੇ ਨਾਲ ਸੀ? ਕ੍ਰਿਸ਼ਨ ਨਾਲ ਸੀ ਮੀਰਾ ਬਾਈ ਦਾ। ਜਦੋਂ ਗੁਰੂ ਰਵਿਦਾਸ ਮਿਲਿਆ ਤੇ ਫਿਰ ਗੱਲ ਕੀ ਉਹਦੇ ਅੰਦਰ ਗੁਰੂ ਰਵਿਦਾਸ ਵਸ ਗਏ। ਔਰ ਇਹ ਨਹੀਂ ਹੈ ਕਿ ਪਹਿਲਾਂ ਚਮਤਕਾਰ ਨਹੀਂ ਹੋਏ। ਜਦੋਂ ਰਾਣੇ ਨੇ ਕੀ ਕੀਤਾ, ਉਹਨੇ ਸੋਚਿਆ ਕਿ ਗੱਲ ਕੀ ਇਹ ਅੰਦਰ ਗੱਲ ਕੀ ਅੰਦਰ ਇਹ ਕੀਰਤਨ ਕਰਦੀ ਹੈ। ਅਕਬਰ ਵੀ ਆ ਕੇ ਇੱਥੋਂ ਚਲਾ ਗਿਆ ਹੈ, ਭੇਸ ਬਦਲ ਕੇ ਆਇਆ ਸੀ, ਅਤੇ ਉਹਨਾਂ ਕੀ ਕੀਤਾ, ਉਹਨਾਂ ਸੋਚਿਆ ਇਹਨੂੰ ਮਾਰ ਦਈਏ। ਉਹਨਾਂ ਕੀ ਕੀਤਾ ਕਿ ਉਹਨਾਂ ਨੇ ਜ਼ਹਿਰ ਘੋਲ ਕੇ ਅਤੇ ਕੀ ਕੀਤਾ ਕਿ ਉਹਨੂੰ ਕਿਹਾ
ਨੌਕਰ ਨੂੰ ਕਿਹਾ ਜਾ ਕੇ ਉਹਨੂੰ ਕਹਿ ਤੇਰੇ ਭਗਵਾਨ ਦਾ ਚਰਨਾਮਤ ਹੈ। ਜਿਸ ਲਈ ਉਹਨੂੰ ਚਰਨਾਮਤ ਦਿੱਤਾ ਵੀ ਤੇਰੇ ਭਗਵਾਨ ਦਾ ਚਰਨਾਮਤ ਹੈ, ਉਹਨੇ 2 ਹੱਥ ਫੜ ਕੇ ਜੋੜ ਕੇ ਲਏ ਅਤੇ ਕੀ ਕੀਤਾ ਕਿ ਉਹਨੂੰ ਗੱਲ ਕੀ ਪੀ ਲਿਆ ਹੈ, ਗਟਾਗਟ ਪੀ ਗਈ ਪਰ ਉਹ ਮਰੀ ਨਹੀਂ। ਫਿਰ ਉਹਨਾਂ ਸੋਚਿਆ ਕੋਈ ਇਹ ਹੋ ਸਕਿਆ ਕਿ ਪਾਣੀ ਬਦਲਿਆ ਗਿਆ ਹੈ। ਫਿਰ ਇੱਕ ਸਪੇਰੇ ਕੋਲੋਂ ਕਾਲਾ ਨਾਗ ਲੈ ਆਏ, ਜ਼ਹਿਰੀਲਾ ਕਾਲਾ ਨਾਗ ਲੈ ਕੇ ਕੀ ਕੀਤਾ, ਉਹਨੂੰ ਪਟਾਰੀ 'ਚ ਬੰਦ ਕਰਕੇ ਉੱਤੇ ਵਰਕ ਲਾ ਕੇ ਅਤੇ ਗੱਲ ਕੀ ਉਹਨੂੰ ਕਿਹਾ ਕਿ ਜਾ ਇਹਨੂੰ ਇੱਦਾਂ ਕਰਨਾ, ਇਹਨੂੰ ਹਨੇਰੇ ਕਮਰੇ ਵਿੱਚ ਦਰਵਾਜ਼ਾ ਬੰਦ ਕਰਕੇ ਖੋਲ੍ਹਣਾ ਹੈ, ਇਹ ਤੇਰੇ ਭਗਵਾਨ ਦੀ ਮੂਰਤੀ ਹੈ, ਕ੍ਰਿਸ਼ਨ ਦੀ ਮੂਰਤੀ ਹੈ ਇਹਦੇ ਵਿੱਚ, ਇਹਨੂੰ ਉੱਥੇ ਖੋਲ੍ਹਣਾ ਜਾ ਕੇ। ਜਿਸ ਲਈ ਉਹ ਅੰਦਰ ਜਾ ਕੇ ਖੋਲ੍ਹਣ ਲੱਗਦੀ ਹੈ, ਖੋਲੀਏ ਅਤੇ ਵਿੱਚ ਵੇਖਿਆ ਕੀ ਹੈ ਕਿ ਸਾਕਸ਼ਾਤ ਭਗਵਾਨ ਦੀ ਮੂਰਤੀ ਕ੍ਰਿਸ਼ਨ ਦੀ ਹੈ, ਹੱਸ ਰਹੀ ਹੈ। ਭਗਵਾਨ ਨੇ ਗੱਲ ਕੀ ਉਹਨੂੰ ਗੱਲ ਕੀ ਫਿਰ ਕੀ ਕੀਤਾ ਕਿ ਕੁਬਜਾ ਨੂੰ ਕੁਬਜਾ ਨੂੰ ਗੱਲ ਕੀ ਕੀਤਾ, ਕੁਬਜਾ ਤੇਰੇ ਭਾਗ ਚੰਗੇ ਸਨ, ਤੇਰੀ ਪਿਛਲੇ ਜਨਮ ਦੀ ਕਮਾਈ ਜ਼ਿਆਦਾ ਸੀ ਅਤੇ ਤਾਂ ਕਰਕੇ ਸਾਡਾ ਤੇਰਾ ਮੇਲ ਹੋਇਆ ਹੈ। ਜਾ ਕੇ ਹੁਣ ਜਦੋਂ ਮੈਂ ਕੰਸ ਨੂੰ ਮਾਰ ਕੇ ਆਵਾਂਗਾ ਤੂੰ ਗੱਲ ਕੀ ਤੈਨੂੰ ਕੰਸ ਦਾ ਵੀ ਡਰ ਨਹੀਂ ਰਹੇਗਾ, ਕੰਸ ਦਾ ਡਰ ਨਹੀਂ ਰਹੇਗਾ, ਤੈਨੂੰ ਕਿਸੇ ਦਾ ਡਰ ਨਹੀਂ ਰਹੇਗਾ। ਤੇਰੇ ਅੰਦਰ ਜਿਹੜੀ ਪ੍ਰੀਤ ਹੈ ਸੱਜਰੀ ਉਹ ਸਾਡੀ ਵਸ ਗਈ ਹੈ, ਇਹਨੂੰ ਵਧਾਉਣਾ ਹੈ, ਘਟਾਉਣਾ ਨਹੀਂ ਹੈ। ਪ੍ਰੇਮ ਜਿਹੜਾ ਹੁੰਦਾ ਹੈ, ਪ੍ਰੇਮ ਛੁਪਾਇਆ ਨਾ ਛੁਪੇ ਜਾਂ ਘਟ ਪ੍ਰਗਟ ਹੋਏ, ਜੋ ਮੁਖ ਤੇ ਬੋਲੇ ਨਹੀਂ ਤੋ ਨੈਣ ਦੇਤ ਹੈ ਰੋਏ। ਭਗਵਾਨ ਨੇ ਕੀ ਕੀਤਾ ਫਿਰ, ਜਿਸ ਲਈ ਕੁਬਜਾਂ ਦੇ ਘਰ ਜਾਂਦੇ ਨੇ ਅਤੇ ਕੁਬਜਾਂ ਨੂੰ ਚਾਅ ਚੜ੍ਹ ਗਿਆ। ਭਗਵਾਨ ਕਹਿੰਦੇ ਮੈਂ ਤਾਂ ਜਾਣ ਨਹੀਂ ਦੇਣਾ। ਕਹਿੰਦੇ ਹਰ ਇੱਕ ਦੇ ਦਿਲ ਦੇ ਵੀ ਇਹੋ ਗੱਲ ਹੁੰਦੀ ਹੈ। ਕੋਈ ਹੱਥੋਂ ਲਾਲ ਜਿਹਦੇ ਹੱਥ 'ਚ ਲਾਲ ਆ ਜਾਵੇ, ਕੋਈ ਕਹਿੰਦਾ ਹੈ ਕਿ ਮੈਂ ਉਹਨੂੰ ਸੁੱਟ ਦੇਵਾਂ ਜਾਂ ਮੈਂ ਗਵਾ ਦੇਵਾਂ। ਕਹਿੰਦੇ ਨੇ ਉਹ ਬੰਦਗੀ ਇਹਨੂੰ ਹਿਰਦੇ ਵਿੱਚ ਰੱਖ। ਅੱਗੇ ਜਾ ਕੇ ਪਰਮਾਤਮਾ ਦੇ ਦਰ ਦੇ ਉੱਤੇ ਮੁੱਲ ਕਿਹਦਾ ਪੈਂਦਾ ਹੈ, ਆਓ ਪੜ੍ਹੀਏ। ਰੱਬ ਘਰ ਮੁੱਲ ਪੈਂਦਾ ਹੈ ਭਜਨ ਦਾ ਜੀ, ਪੈਂਦਾ ਹੈ ਭਜਨ ਦਾ। ਉੱਥੇ ਜਾਤ ਪਾਤ ਨਾਹੀਂ ਪੁੱਛਦਾ ਨਾ ਕੋਈ ਜੀ। ਰੱਬ ਘਰ ਮੁੱਲ ਪੈਂਦਾ ਹੈ ਭਜਨ ਦਾ ਜੀ, ਪੈਂਦਾ ਹੈ ਭਜਨ ਦਾ। ਉੱਥੇ ਜਾਤ ਪਾਤ ਨਾਹੀਂ ਪੁੱਛਦਾ ਨਾ ਕੋਈ ਜੀ। ਰੱਬ ਘਰ ਮੁੱਲ ਪੈਂਦਾ ਹੈ ਭਜਨ ਦਾ ਜੀ, ਪੈਂਦਾ ਹੈ ਭਜਨ ਦਾ। ਉੱਥੇ ਜਾਤ ਪਾਤ ਨਾਹੀਂ ਪੁੱਛਦਾ ਨਾ ਕੋਈ ਜੀ। ਰੱਬ ਘਰ ਮੁੱਲ ਪੈਂਦਾ ਹੈ ਭਜਨ ਦਾ ਜੀ, ਪੈਂਦਾ ਹੈ ਭਜਨ ਦਾ। ਉੱਥੇ ਜਾਤ ਪਾਤ ਨਾਹੀਂ ਪੁੱਛਦਾ ਨਾ ਕੋਈ ਜੀ। ਇਹ ਉੱਥੇ ਨਾ ਲਿਹਾਜ ਵੈਰੀ ਤੇ ਸਜਣ ਦਾ, ਵੈਰੀ ਤੇ ਸਜਣ ਦਾ। ਬਾਜ ਨੇਕ ਅਮਲਾਂ ਤੋਂ ਮਿਲਦੀ ਨਾ ਟੋਈ ਜੀ। ਉੱਥੇ ਨਾ ਲਿਹਾਜ ਵੈਰੀ ਤੇ ਸਜਣ ਦਾ ਜੀ, ਵੈਰੀ ਤੇ ਸਜਣ ਦਾ। ਬਾਜ ਨੇਕ ਅਮਲਾਂ ਤੋਂ ਮਿਲਦੀ ਨਾ ਟੋਈ ਜੀ। ਰੱਬ ਘਰ ਮੁੱਲ ਪੈਂਦਾ ਹੈ ਭਜਨ ਦਾ ਜੀ, ਪੈਂਦਾ ਹੈ ਭਜਨ ਦਾ। ਜਾਤ ਪਾਤ ਨਾਹੀਂ ਪੁੱਛਦਾ ਨਾ ਕੋਈ ਜੀ। ਰੱਬ ਘਰ ਮੁੱਲ ਪੈਂਦਾ ਹੈ ਭਜਨ ਦਾ ਜੀ, ਪੈਂਦਾ ਹੈ ਭਜਨ ਦਾ। ਉੱਥੇ ਜਾਤ ਪਾਤ ਨਾਹੀਂ ਪੁੱਛਦਾ ਨਾ ਕੋਈ ਜੀ। ਧੰਨੇ ਦੀਆਂ ਮਿੱਸੀਆਂ ਤੇ ਆਣ ਰੀਜਿਓ, ਰਾਮਾ ਆਣ ਰੀਜਿਓ। ਪਹਾੜ ਪੱਥਰਾਂ ਦੇ ਤਾਈਂ ਦਾਤਾ ਖਾਣ ਬਹਿ ਗਿਓ। ਧੰਨੇ ਦੀਆਂ ਮਿੱਸੀਆਂ ਤੇ ਆਣ ਰੀਜਿਓ, ਦਾਤਾ ਆਣ ਰੀਜਿਓ। ਪਹਾੜ ਪੱਥਰਾਂ ਦੇ ਤਾਈਂ ਦਾਤਾ ਖਾਣ ਬਹਿ ਗਿਓ। ਇਹ ਧੰਨੇ ਦੀਆਂ ਮਿੱਸੀਆਂ ਤੇ ਆਣ ਰੀਜਿਓ, ਦਾਤਾ ਆਣ ਰੀਜਿਓ। ਪਹਾੜ ਪੱਥਰਾਂ ਦੇ ਤਾਈਂ ਦਾਤਾ ਖਾਣ ਬਹਿ ਗਿਓ। ਧੰਨੇ ਦੀਆਂ ਮਿੱਸੀਆਂ ਤੇ ਆਣ ਰੀਜਿਓ, ਦਾਤਾ ਆਣ ਰੀਜਿਓ। ਪਹਾੜ ਪੱਥਰਾਂ ਦੇ ਤਾਈਂ ਦਾਤਾ ਖਾਣ ਬਹਿ ਗਿਓ।
ਇਹ ਨਾਮ ਦਿਓ ਦੇ ਦੁੱਧ ਉਤੇ ਆਣ ਰੀਜਿਓ, ਦਾਤਾ ਆਣ ਰੀਜਿਓ। ਉਦੋਂ ਛੱਡਿਆ ਕਟੋਰਾ ਜਦੋਂ ਖਾਲੀ ਰਹਿ ਗਿਆ। ਨਾਮ ਦੇ ਦੁੱਧ ਉਤੇ ਆਣ ਰਿਜਿਓ, ਦਾਤਾ ਆਣ ਰਿਜਿਓ। ਉਦੋਂ ਛੱਡਿਆ ਕਟੋਰਾ ਜਦੋਂ ਖਾਲੀ ਰਹਿ ਗਿਆ। ਜੀ ਨਾਮ ਦਿਓ ਦੇ ਦੁੱਧ ਉਤੇ ਆਣ ਰੀਜਿਓ, ਰਾਮਾਇਣ ਰੀਜਿਓ। ਉਦੋਂ ਛੱਡਿਆ ਕਟੋਰਾ ਜਦੋਂ ਖਾਲੀ ਰਹਿ ਗਿਆ। ਨਾਮ ਦੇ ਦੁੱਧ ਉਤੇ ਆਣ ਰਿਜਿਓ, ਦਾਤਾ ਆਣ ਰਿਜਿਓ। ਉਦੋਂ ਛੱਡਿਆ ਕਟੋਰਾ ਜਦੋਂ ਖਾਲੀ ਰਹਿ ਗਿਆ। ਇਹ ਭੀਲਣੀ ਦੇ ਬੇਰਾਂ ਉਤੇ ਆਣ ਰੀਜਿਓ, ਤੂੰ ਦਾਤਾ ਆਣ ਰੀਜਿਓ। ਹੀਨ ਲੋਕ ਵਿੱਚ ਆਖਦੇ ਨੇ ਧਨ ਹੋਈ ਜੀ। ਭਿਲਣੀ ਦੇ ਬੇਰਾਂ ਉਤੇ ਆਣ ਰਿਜਿਓ, ਰਾਮਾਇਣ ਰਿਜਿਓ। ਤੀਨ ਲੋਕ ਵਿੱਚ ਆਖਦੇ ਨੇ ਧਨ ਹੋਈ ਜੀ। ਇਹ ਭੀਲਣੀ ਦੇ ਬੇਰਾਂ ਉਤੇ ਆਣ ਰੀਜਿਓ, ਰਾਮਾਇਣ ਰੀਜਿਓ। ਤੀਨ ਲੋਕ ਵਿੱਚ ਆਖਦੇ ਨੇ ਧਨ ਹੋਈ ਜੀ। ਭਿਲਣੀ ਦੇ ਬੇਰਾਂ ਉਤੇ ਆਣ ਰਿਜਿਓ, ਰਾਮਾਇਣ ਰਿਜਿਓ। ਤੀਨ ਲੋਕ ਵਿੱਚ ਆਖਦੇ ਨੇ ਧਨ ਹੋਈ ਜੀ। ਪਿਆਰੀ ਸਾਧ ਸੰਗਤ, ਕੁਬਜਾਂ ਉਦਰੀ ਅੰਗੁਸ਼ਟ ਧਾਰ। ਪਿਆਰੀ ਸਾਧ ਸੰਗਤ, ਜਿਨ੍ਹਾਂ ਵੀ ਪ੍ਰੇਮ ਕੀਆ ਪਰਮਾਤਮਾ ਦੇ ਨਾਲ, ਉਹਨੂੰ ਪਰਮਾਤਮਾ ਮਿਲਿਆ। ਜਿਨ੍ਹਾਂ ਨੂੰ ਦੁਨੀਆ ਦਾ ਪ੍ਰੇਮ ਮਿਲਿਆ ਹੈ, ਉਹ ਦੁਨੀਆ ਵਿੱਚ ਖਪਤ ਹੋ ਗਏ, ਉਹਨਾਂ ਦਾ ਵੀ ਨਾਸ ਹੋ ਗਿਆ। ਕਿਉਂ? ਸਭ ਤੋਂ ਪਹਿਲਾਂ ਅਜਾਮਲ ਨੇ ਦੁਨੀਆ ਨਾਲ ਪ੍ਰੇਮ ਕੀਤਾ ਸੀ, ਤੇ ਕੀ ਹੋਇਆ? ਉਹਦਾ ਨਾਂ ਅੱਜ ਧੋਪ ਨਹੀਂ ਸਕਦਾ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਏ ਨਿਸਤਾਰਾ। ਇਹ ਧੋਤਾ ਨਹੀਂ ਜਾਣਾ। ਜਦੋਂ ਉਹਨਾਂ ਨੇ ਗੱਲ ਕੀ ਅਖੀਰ ਤੇ ਜਾ ਕੇ ਰਾਮ ਨਾਲ ਪਿਆਰ ਕੀਤਾ ਹੈ, ਤੇ ਪਿਆਰੀ ਸਾਧ ਸੰਗਤ, ਇਹ ਵੀ ਧੋਤਾ ਨਹੀਂ ਜਾਣਾ। ਇਹ ਵੀ ਗੱਲ ਜਿਹੜੀ ਸਪਸ਼ਟ ਤੌਰ 'ਤੇ ਰਹਿਣੀ ਹੈ ਕਿ ਕੀ ਹੈ ਕਿ ਅਜਾਮਲ ਜਿਹੜਾ ਹੈ ਉਹ ਭਗਵਾਨ ਰਾਮ ਕਹਿਣ ਦੇ ਨਾਲ ਕਲ ਸੰਸਾਰ ਸਾਗਰ ਤੋਂ ਪਾਰ ਹੋ ਗਿਆ। ਪਰਮਾਤਮਾ ਦਾ ਨਾਮ ਜਿਹੜਾ ਸੀ, ਉਹ ਪੁੱਤਰ ਦਾ ਨਾਂ ਰੱਖਿਆ ਤੇ ਆਵਾਜ਼ ਮਾਰੀ ਨਾਰਾਇਣ। ਇਹ ਪਰਮਾਤਮਾ ਦਾ ਨਾਮ ਸੀ, ਤੇ ਇਹ ਵੀ ਧੋਤਾ ਨਹੀਂ ਜਾਣਾ। ਇਹ ਵੀ ਸਾਬਤ ਰਹੇਗਾ। ਜੇ ਗੱਲ ਕੀ ਉਹਦੇ ਨਾਲ ਬੁਰਾਈ ਲੱਗ ਗਈ ਹੈ, ਪਹਿਲੋਂ ਬੁਰੇ ਕਰਮਾਂ ਨਾਲ ਪਿਆਰ ਕੀਤਾ ਤੇ ਬੁਰਾਈ ਦੇ ਨਾਲ ਸਨਿਆ ਗਿਆ, ਤੇ ਉਹ ਲਿਬੜਿਆ ਗਿਆ, ਤੇ ਉਹ ਧੋਤਾ ਨਹੀਂ ਜਾਂਦਾ। ਤੇ ਪਿਆਰੀ ਸਾਧ ਸੰਗਤ, ਜਦੋਂ ਗੱਲ ਕੀ ਨਾਰਾਇਣ ਕਿਹਾ ਹੈ, ਮਹਾਂਪੁਰਖਾਂ ਨੇ ਯੁਗਤੀ ਦੇ ਨਾਲ ਯੁਗਤੀ ਦੇ ਦਿੱਤੀ। ਮਹਾਂਪੁਰਖਾਂ ਨੇ ਕਹਿੰਦੇ ਨੇ ਤੇਰੇ ਘਰ ਪੁੱਤਰ ਪੈਦਾ ਹੋਣਾ ਹੈ, ਨਾਰਾਇਣ ਨਾਂ ਰੱਖਣਾ ਹੈ। ਉਹਨਾਂ ਕਿਹਾ ਜੀ ਨਾਰਾਇਣ ਠੀਕ ਹੈ। ਉਹਨਾਂ ਨਾਰਾਇਣ ਨਾਂ ਰੱਖਿਆ। ਉਹਨੇ ਪੁੱਤਰ ਕਰਕੇ ਆਵਾਜ਼ ਮਾਰੀ ਨਾਰਾਇਣ। ਇੰਨਾ ਕੁ ਮਨ ਮਲੀਨ ਹੋ ਚੁੱਕਾ ਸੀ ਕਿ ਉਹਨੂੰ ਨਾਰਾਇਣ ਜਿਹੜਾ ਸੀ ਪਰਮਾਤਮਾ ਕਹਿਣਾ ਨਹੀਂ ਸੀ ਆਉਂਦਾ। ਰਾਮ ਪਰਮਾਤਮਾ ਦੇ ਨਾਮ 'ਚ ਇੰਨੀ ਤਾਕਤ ਹੈ ਕਿ ਸਾਨੂੰ ਗੱਲ ਕੀ ਡੁੱਬਦੇ ਨੂੰ ਗੱਲ ਕੀ ਜਿਹੜਾ ਬਚਾ ਲੈਂਦਾ ਹੈ। ਇਸ ਕਰਕੇ ਪਿਆਰੀ ਸਾਧ ਸੰਗਤ, ਸਤਿਗੁਰ ਦੇ ਕੋਲ ਜਾ ਕੇ ਅਸੀਂ ਕੀ ਕਰਨਾ ਹੈ? ਸਤਿਗੁਰ ਦਾ ਸ਼ੁਕਰਗੁਜ਼ਾਰ ਕਰਨਾ। ਸੱਚਿਆ ਪਾਤਸ਼ਾਹ ਸਾਡੇ 'ਤੇ ਮਿਹਰ ਕਰ, ਸਾਡਾ ਚਿੱਤ ਸਿਮਰਨ ਨਾਲ ਜੁੜੇ। ਤੇਰੀ ਸੇਵਾ ਕਰਦਿਆਂ ਕਰਦਿਆਂ ਸਾਡਾ ਸਰੀਰ ਸੁੱਟ ਜਾਵੇ, ਔਰ ਸੰਸਾਰ ਵਿੱਚ ਹੋਰ ਕੋਈ ਵੀ ਚੀਜ਼ ਸਾਡੇ ਸਾਥ ਜਾਣ ਵਾਲੀ ਨਹੀਂ ਹੈ। ਸਿਮਰਨ, ਸੇਵਾ ਅਤੇ ਸਤਸੰਗ, ਇਹਨਾਂ ਤਿੰਨਾਂ ਚੀਜ਼ਾਂ ਨੇ ਸਾਨੂੰ ਧੋਣਾ ਹੈ। ਇਸ ਕਰਕੇ ਥੋੜ੍ਹਾ ਸਮਾਂ ਕੱਢ ਕੇ ਨਾਮ ਜਪਿਆ ਕਰੋ। ਸਿਮਰਨ ਕਰਕੇ, ਸੇਵਾ ਕਰਕੇ, ਸਤਸੰਗ ਸੁਣ ਕੇ ਆਪਣੇ ਜੀਵਨ ਸਾਰਥਕ ਕਰੋ। ਬੋਲੋ ਸ਼੍ਰੀ ਸਤਿਗੁਰੂ ਦੇਵ ਮਹਾਰਾਜ ਕੀ ਜੈ।